ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਕਰਦਿਆਂ ਮੈਨੂੰ ਬਹੁਤ ਖੁਸ਼ੀ ਜੀ ਹੋ ਰਹੀ ਹੈ, ਕਿਉਂਕਿ ਇਹਦੇ ਵਿੱਚ ਮੈਂ ਆਪਣੇ ਇੱਕ ਬਿਜ਼ਨਸ ਬਾਰੇ ਵੀ ਦੱਸਾਂਗਾ ਜਿਹੜਾ ਮੈਂ ਇੱਥੇ ਸਟਾਰਟ ਕਰ ਰਿਹਾ ਪੰਜਾਬ ਦੇ ਵਿੱਚ। ਤੇ ਮੈਨੂੰ ਵਧੀਆ ਲੱਗ ਰਿਹਾ ਹੈ ਨਾ ਕਿ ਜਿੱਥੇ ਆਪਾਂ ਵੀ ਜੰਮੇ ਆ, ਪਲੇ ਆ, ਵੱਡੇ ਹੋਏ ਆ, ਵੀ ਉੱਥੇ ਕੁਝ ਕਰਨ ਜੋਗੇ ਹੋਏ ਆ। ਤੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਹੋਰ ਡਿਸਕਸ ਕਰਾਂਗਾ ਤੁਹਾਡੇ ਨਾਲ, ਵੀ ਦੱਸਾਂਗਾ ਕੋਈ ਮਾੜੀ ਮੋਟੀ ਜਿੰਨੀ ਕਿ ਮੇਰੀ ਜਾਣਕਾਰੀ ਹੈ। ਸਭ ਤੋਂ ਪਹਿਲਾਂ ਮੈਂ ਦੱਸੂੰਗਾ ਇੱਕ ਏਅਰਲਾਈਨ, ਸਾਊਦੀ ਏਅਰਲਾਈਨ ਆ, ਅੱਜ ਕੱਲ੍ਹ ਆਪਣੇ ਕਾਫੀ ਮਸ਼ਹੂਰ ਆ। ਆਪਣੇ ਕਾਫੀ ਲੋਕ ਉਹਦੇ 'ਚ ਟਰੈਵਲ ਕਰ ਰਹੇ ਨੇ। ਉਹਦਾ ਮੇਨ ਰੀਜ਼ਨ ਆ ਕਿਉਂਕਿ ਸਸਤੀ ਪੈ ਰਹੀ ਆ ਬਜਾਏ ਦੂਸਰੀਆਂ ਦੇ। ਅੱਜ ਕੱਲ੍ਹ ਆਫਟਰ ਕਰੋਨਾ ਕੋਵਿਡ ਸਟਿਲ ਪ੍ਰਾਈਸਿਸ ਬਹੁਤ ਅਪ ਆ, ਪਰ ਇਹ ਉਸ ਤੋਂ ਜਿਹੜੀਆਂ ਨੋਰਮਲ ਟਿਕਟਾਂ, ਫੋਰ ਐਗਜ਼ਾਮਪਲ ਮੰਨ ਲਓ ਵੀ ਕਿਸੇ ਨੇ ਯੂਰਪ ਤੋਂ ਇੱਥੇ ਆਉਣਾ, ਤਾਂ ਰਿਟਰਨ ਔਨ ਐਵਰੇਜ 900 ਤੋਂ 1000 ਕੁ ਯੂਰੋ ਦੀ ਪੈ ਰਹੀ ਹੈ। ਵੀ ਹੋ ਸਕਦਾ ਕੋਈ 800 ਦੀ ਵਿਕ ਰਹੀ, ਕੋਈ 1200 ਦੀ ਵਿਕ ਰਹੀ, ਸੋ ਐਵਰੇਜ ਆਪਾਂ 900 ਤੋਂ 1000 ਫੜਦੇ ਹਾਂ। ਇੱਥੇ ਕੀ ਚੱਲ ਰਿਹਾ ਵਾ ਰਿਟਰਨ ਟਿਕਟ। ਤੇ ਪਰ ਜਿਹੜੀ ਸਾਊਦੀ ਆ ਉਹ ਜਾਣੀ ਕਿ ਜੇ ਤੁਸੀਂ ਆਪ ਟਿਕਟ ਲੈਂਦੇ ਆ 600-700 ਕੁ ਯੂਰੋ ਦੀ ਵੀ ਮਿਲ ਰਹੀ ਹੈ, ਹੈ ਨਾ। ਈਵਨ ਜੇ ਤੁਸੀਂ ਥੋੜ੍ਹੀ ਜਿਹੀ ਜ਼ਿਆਦਾ ਐਡਵਾਂਸ ਲੈਂਦੇ ਆ 500 ਕੁ ਯੂਰੋ ਦੇ ਵਿੱਚ ਵੀ ਮਿਲ ਰਹੀ ਆ ਆਉਣ ਜਾਣ। ਤੇ ਉਹਦਾ ਰੀਜ਼ਨ ਇਹਨਾਂ ਦੇ ਸਸਤੇ ਹੋਣ ਦੇ ਇੱਕ ਦੋ ਹੈਗੇ ਆ। ਉਹ ਹੈਗਾ ਵੀ ਇਹਦੇ ਵਿੱਚ ਅਲਕੋਹਲ ਨਹੀਂ ਸਰਵ ਨਹੀਂ ਹੁੰਦੀ, ਤੇ ਪਲੱਸ ਤੁਸੀਂ ਲਿਜਾ ਵੀ ਨਹੀਂ ਸਕਦੇ, ਕਿਉਂਕਿ ਬਾਹਰੋਂ ਪਿੰਡ ਨੂੰ ਆਉਣਾ ਇੱਕ ਬੰਦੇ ਨੂੰ ਉੱਦਾਂ ਹੀ ਖੁਸ਼ੀ ਬੜੀ ਹੁੰਦੀ ਹੈ, ਤੇ ਉਹ ਏਅਰਪੋਰਟ ਤੋਂ ਹੀ ਸੈਲੀਬ੍ਰੇਸ਼ਨ ਸਟਾਰਟ ਹੋ ਜਾਂਦੇ ਆ, ਤੇ ਬੰਦਾ ਪੈਗ ਸ਼ੈਗ ਲਾਉਂਦਾ ਜਾਂਦਾ ਵਾ। ਤੇ ਕਾਫੀ ਲੋਕ ਜਿਹੜੀ ਚੀਜ਼ ਨੂੰ ਉਹਨਾਂ ਵਾਸਤੇ ਇੰਪੋਰਟੈਂਟ ਹੁੰਦੀ ਆ ਕਿ ਫਲਾਈਟ ਦੇ ਵਿੱਚ ਅਲਕੋਹਲ ਮਿਲਣੀ ਆ ਕਿ ਨਹੀਂ ਮਿਲਣੀ, ਤੇ ਇਸ ਕਰਕੇ ਕਈ ਨਹੀਂ ਲੈਂਦੇ। ਇਸ ਕਰਕੇ ਉਹਨਾਂ ਨੇ ਪ੍ਰਾਈਸ ਸਿੱਟੇ ਹੋਏ ਆ ਕਿ ਤਾਂ ਜੋ ਲੋਕੀ ਵੀ ਇਹ ਲਾਲਚ ਹੋਵੇ, ਪ੍ਰਾਈਜ਼ ਦਾ ਲਾਲਚ ਹੋਵੇ, ਤੇ ਉਹ ਸਾਡੀ ਟਿਕਟ ਬਾਏ ਕਰ ਲੈਣ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਚੀਜ਼ ਹੁੰਦੀ ਕਿ ਜਿਹੜੀ ਏਅਰਲਾਈਨ ਦੇ ਵਿੱਚ ਤੁਸੀਂ ਅਲਕੋਹਲ ਲਿਜਾ ਵੀ ਨਹੀਂ ਸਕਦੇ। ਇਹ ਨਹੀਂ ਵੀ ਸਰਵ ਨਹੀਂ ਹੋਣੀ, ਤੁਸੀਂ ਲਿਜਾ ਵੀ ਨਹੀਂ ਸਕਦੇ, ਕਿਉਂਕਿ ਸਾਊਦੀ ਅਰਬ ਦੇ ਵਿੱਚ ਅਲਕੋਹਲ ਬੈਨ ਆ ਕੰਪਲੀਟਲੀ। ਤੇ ਪਲੱਸ ਸਾਊਦੀ ਅਰਬ ਇੱਕ ਐਸੀ ਜਗ੍ਹਾ ਜਿੱਥੇ ਮੁਸਲਿਮ ਸਮਾਜ ਦਾ ਸਭ ਤੋਂ ਪਵਿੱਤਰ ਜਗ੍ਹਾ ਵਾ, ਤੇ ਉਹ ਜੱਦੇ ਜਾ ਕੇ ਫਲਾਈਟ ਚੇਂਜ ਹੁੰਦੀ ਉੱਥੇ ਜਾ ਕੇ। ਤੇ ਇਸ ਕਰਕੇ ਅਲਕੋਹਲ ਤੁਸੀਂ ਲਿਜਾ ਵੀ ਨਹੀਂ ਸਕਦੇ। ਕਾਫੀ ਵੀਰ ਮੈਂ ਦੇਖਿਆ ਕਿ ਅਲਕੋਹਲ ਲੈ ਜਾਂਦੇ ਆ, ਬਾਅਦ ਦੇ ਵਿੱਚ ਏਅਰਪੋਰਟ ਤੇ ਬਹੁਤ ਖੱਜਲ ਹੁੰਦੇ ਆ, ਕਿਉਂਕਿ ਅਰਬ ਇੱਕ ਐਸਾ ਸਮਾਜ ਆ, ਅਰਬ ਦੇ ਕੋਲ ਪੈਸਾ ਹੈਗਾ, ਅਰਬ ਤੁਹਾਨੂੰ ਲਗਜ਼ਰੀ ਦੇ ਸਕਦਾ, ਪਰ ਅਰਬ ਵਾਲੇ ਲੋਕਾਂ ਕੋਲ ਐਟੀਟਿਊਡ ਆਲਵੇਜ਼ ਉਹੀ ਹੀ ਰਹਿੰਦਾ ਵਾ। ਫੋਰ ਐਗਜ਼ਾਮਪਲ ਜਿੱਦਾਂ ਆਪਣੇ ਲੋਕਾਂ ਕੋਲ ਐਟੀਟਿਊਡ ਆ ਵੀ ਆਪਾਂ ਹੋਰ ਕਮਿਊਨਿਟੀਆਂ ਨੂੰ ਇੱਥੇ ਡੀਲ ਕਰਦੇ ਸਮੇਂ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਆ, ਅਰਬ ਦੇ ਵਿੱਚ ਵੀ ਇਹੋ ਹੀ ਆ ਕਿ ਉਹ ਦੂਸਰਿਆਂ ਨੂੰ ਵੀ ਉਹ ਸਰਵਿਸ ਨਹੀਂ ਉਹ ਇੱਕ ਵਧੀਆ ਦੇ ਸਕਦੇ। ਸੋ ਜਦੋਂ ਉੱਥੇ ਉਹ ਹੈਂਡਲ ਕਰਦੇ ਆ, ਕੋਈ ਬੰਦਾ ਦਾਰੂ ਲੈ ਕੇ ਆਇਆ, ਤੇ ਉਹ ਬੜਾ, ਮੈਂ ਵੇਖਿਆ ਕਿ ਉਹ ਕਈ ਵਾਰੀ ਉਹਨਾਂ ਦੇ ਨਾਲ ਬੜਾ ਰੂਡ ਬਿਹੇਵ ਹੁੰਦਾ। ਫਿਰ ਬੰਦਿਆਂ ਨੂੰ ਮੈਨੂੰ ਉਹ ਵੇਖ ਕੇ ਵੀ ਆਇਆ ਸੀ ਕਿ ਯਾਰ ਮੈਂ ਦੱਸਾਂਗਾ ਜ਼ਰੂਰ ਕਿ ਪਲੀਜ਼ ਜੇ ਤੁਸੀਂ ਜਿਹੜੀ ਏਅਰਲਾਈਨ ਯੂਜ਼ ਕਰ ਰਹੇ ਹੋ ਤੇ ਪਲੀਜ਼ ਦਾਰੂ ਨਾ ਲਿਆਓ ਉੱਥੇ ਜਾ ਕੇ ਬਾਅਦ 'ਚ ਐਵੇਂ ਖੱਜਲ ਖਵਾਰੀ ਨਾਲੋਂ। ਤੇ ਇੱਕ ਆਪਾਂ ਜਿਹੜੇ ਖਾਸ ਕਰ ਵੈਸਟ ਤੋਂ ਆਉਂਦੇ ਆ, ਜਿਹੜੇ ਤੇ ਵੀਰ ਰਹਿੰਦੇ ਆ ਆਲਰੇਡੀ ਨੌਕਰੀਆਂ ਵਗੈਰਾ ਕਰਦੇ ਆ ਦੁਬਈ ਦੇ ਵਿੱਚ ਜਾਂ ਹੋਰ ਅਰਬ ਵਰਲਡ ਦੇ ਵਿੱਚ ਜਿੱਥੇ ਕਿਤੇ ਵੀ, ਉਹਨਾਂ ਨੂੰ ਉਹ ਇਹ ਜਿਹੜੇ ਲੋਕਾਂ ਦੇ ਜ਼ਿਆਦਾ ਨੇੜੇ ਹੁੰਦੇ ਆ, ਤਾਂ ਉਹਨਾਂ ਨੂੰ ਜ਼ਿਆਦਾ ਸੱਚ ਦਾ ਪਤਾ ਹੁੰਦਾ। ਕਿਉਂਕਿ ਕਈ ਵਾਰੀ ਆਪਾਂ ਵੈਸਟ ਦੇ ਵਿੱਚ ਰਹਿੰਦੇ ਆ, ਐਵੇਂ ਚੀਜ਼ਾਂ ਅਸਲੀਅਤ ਹੁੰਦੀ ਵੀ ਨਹੀਂ, ਪਰ ਆਪਣੇ 'ਚ ਘਬਰਾਹਟ ਜ਼ਿਆਦਾ ਹੁੰਦੀ ਆ। ਸੋ ਸੇਮ ਤਰੀਕੇ ਦੇ ਨਾਲ ਹੀ ਕਿ ਸ਼ਾਇਦ ਇਹਨਾਂ ਦੇ ਕਾਨੂੰਨ ਉਹਨੇ ਸਖਤ ਨਾ ਹੋਣ, ਪਰ ਆਪਾਂ ਨੂੰ ਜਿਹੜੇ ਉੱਥੇ ਨਹੀਂ ਰਹਿੰਦੇ, ਇਹਨਾਂ ਲੋਕਾਂ ਨਾਲ ਨਹੀਂ ਵਾਹ ਪੈਂਦਾ, ਆਪਣੇ ਡਰ 'ਚ ਆਪਾਂ ਆਲਵੇਜ਼ ਜਿਹੜੀ ਇਮੇਜ ਆਪਾਂ ਖਬਰਾਂ ਰਾਹੀਂ ਸੁਣੀ ਦੀ ਆ ਉਹ ਬਣੀ ਹੁੰਦੀ ਆ। ਤੇ ਫਿਰ ਆਪਾਂ ਉਹਨਾਂ ਦੇ ਨਾਲ ਬਾਅਦ ਉੱਥੇ ਲੜ ਲੁੜ ਵੀ ਨਹੀਂ ਸਕਦੇ, ਬਾਹਲਾ ਝਗੜ ਵੀ ਨਹੀਂ ਸਕਦੇ। ਪਤਾ ਨਹੀਂ ਕੀ ਅਗਲੇ ਵੀ ਕਿਸ ਤਰ੍ਹਾਂ ਦੀ ਸਜ਼ਾ ਦੇ ਦੇਣ, ਕੀ ਤੁਹਾਨੂੰ ਕਹਿ ਦੇਣ। ਤੇ ਇੱਕ ਤਾਂ ਇਹ ਚੀਜ਼ ਹੋ ਗਈ। ਇੱਕ ਥਰਡ ਜਿਹੜੀ ਸਭ ਤੋਂ ਵੱਧ ਇੰਪੋਰਟੈਂਟ ਆ ਕਿ ਪਲੀਜ਼ ਜਿਹੜੀ ਏਅਰਲਾਈਨ ਯੂਜ਼ ਕਰਦੇ ਆ ਕਿਸੇ ਦਾ ਸਮਾਨ ਨਾ ਲਿਆਇਓ। ਉਹਦੀਆਂ ਦੋ ਤਿੰਨ ਵਜ੍ਹਾ ਵਾ। ਇੱਕ ਤਾਂ ਇਹ ਵੀ ਵਜ੍ਹਾ ਕਿ ਜੇ ਤੁਸੀਂ ਆਪਣਾ ਸਮਾਨ ਪੈਕ ਕਰ ਲਿਆ ਵਾ ਤਾਂ ਉਹਨੂੰ ਡਬਲ ਚੈੱਕ ਜ਼ਰੂਰ ਕਰਿਓ, ਕਿਉਂਕਿ ਜੇ ਤੁਸੀਂ ਮੰਨ ਲਓ ਤੁਸੀਂ ਯੂਜ਼ ਕਰ ਰਹੇ ਹੋ ਲੁਫਥਾਂਸਾ ਏਅਰਲਾਈਨ ਯੂਜ਼ ਕਰ ਰਹੇ ਹੋ, ਤੁਹਾਡੀ ਫਲਾਈਟ ਹੋਊਗੀ ਹੈ ਨਾ ਜਰਮਨ ਤੋਂ ਹੋਊਗੀ, ਫਰੈਂਕਫਰਟ ਵਗੈਰਾ ਤੋਂ, ਉੱਥੋਂ ਚੇਂਜ ਹੋਊਗੀ। ਉਹ ਐਸੀਆਂ ਕੰਟਰੀਆਂ ਵਾ ਵੀ ਜਿੱਥੇ ਤੁਹਾਡੇ ਮੰਨ ਲਓ ਬੈਗ ਦੇ ਵਿੱਚ ਨਾ ਗਲਤੀ ਨਾਲ ਵੀ ਕਿਤੇ ਥੋੜ੍ਹਾ ਬਹੁਤ ਨਸ਼ਾ ਨਿਕਲ ਆਇਆ ਤਾਂ ਉਹਦੀ ਸੁਣਵਾਈ ਥੋੜ੍ਹੀ ਬਹੁਤ ਹੈਗੀ ਆ, ਹੈ ਨਾ, ਵੀ ਇਹ ਤੁਹਾਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦੇਣਗੇ। ਪਰ ਇੱਥੇ ਇਹ ਚੀਜ਼ਾਂ ਫਿਰ ਨਹੀਂ ਹੁੰਦੀਆਂ। ਮੰਨ ਲਓ ਤੁਸੀਂ ਕੋਈ ਐਸੀ ਚੀਜ਼ ਪੈਕ ਕਰ ਲਈ, ਤੁਸੀਂ ਕੋਈ ਦੇਸੀ ਚੀਜ਼ ਐਸੀ ਲੈ ਆਂਦੀ ਆ ਜਿਹਦੇ ਵਿੱਚ ਕੋਈ ਐਸੀ ਬੈਂਡ ਸਮੱਗਰੀ ਹੈ ਜਿਹੜੀ ਸਾਊਦੀ ਅਰਬ ਦੇ ਵਿੱਚ ਬੈਂਡ ਆ, ਤੇ ਉਹਦੇ ਨਾਲ ਫਿਰ ਚੀਜ਼ਾਂ ਬਹੁਤੀਆਂ ਡੇਂਜਰਸ ਹੋ ਜਾਣੀਆਂ ਤੁਹਾਡੇ ਲਈ। ਕਿਉਂਕਿ ਇਹ ਚੀਜ਼ ਮੇਰੇ ਦਿਮਾਗ ਦੇ ਵਿੱਚ ਇਸ ਕਰਕੇ ਆਈ ਕਿ ਜਦੋਂ ਮੇਰੀ ਨਾ ਉੱਥੇ ਸਟੇ ਸੀ ਸਾਊਦੀ ਅਰਬ ਦੇ ਵਿੱਚ, ਤੇ ਮੈਨੂੰ ਖਬਰਾਂ ਪੜ੍ਹਨ ਦਾ ਚਸਕਾ ਹੈਗਾ। ਮੈਂ ਉੱਥੇ ਖਬਰਾਂ ਪੜ੍ਹਨ ਲੱਗ ਪਿਆ ਸਾਊਦੀ ਦੀਆਂ, ਤੇ ਉੱਥੇ ਖਬਰ ਸੀ ਕਿ ਅੱਜ ਸਾਊਦੀ ਅਰਬ ਨੇ 11 ਲੋਕਾਂ ਨੂੰ ਐਗਜ਼ੀਕਿਊਟ ਕੀਤਾ, ਹੈ ਨਾ, ਵੀ ਉਹਨਾਂ ਨੂੰ ਜਾਨੋਂ ਮਾਰਿਆ, ਵੀ ਉਹਨਾਂ ਦੀਆਂ ਧੌਣਾਂ ਲਾਈਆਂ। ਤੇ ਉਹਦੇ ਵਿੱਚ ਇਹੀ ਸੀ ਕਿ ਨਸ਼ੇ ਵਾਲੇ ਹੀ ਸਾਰੇ, ਵੀ ਉਹਨਾਂ ਕੋਲ ਨਸ਼ਾ ਸੀ। ਤੇ ਉਹਦੇ ਵਿੱਚ ਪਾਕਿਸਤਾਨੀ ਮੂਲ ਦੇ ਸੀ ਜ਼ਿਆਦਾ ਲੋਕ, ਤੇ ਜਾਂ ਬੰਗਲਾਦੇਸ਼ੀ ਸੀ।
ਤੇ ਫਿਰ ਮੈਨੂੰ ਲੱਗਾ ਵੀ ਇੱਥੇ ਯਾਰ ਜੇ ਗਲਤੀ ਨਾਲ ਵੀ ਬੈਗ ਦੇ ਵਿੱਚੋਂ ਕੁਝ ਨਿਕਲ ਆਵੇ ਤੇ ਬਹੁਤ ਡੇਂਜਰਸ ਹੋ ਸਕਦਾ ਹੈ ਨਾ ਆਪਣੇ ਲੋਕਾਂ ਲਈ। ਤੇ ਇੱਕ ਚੀਜ਼ ਮੈਂ ਤਾਂ ਦੱਸਦਾ ਕਿ ਪਾਕਿਸਤਾਨ ਦੇ ਵਿੱਚ ਆਲਰੇਡੀ ਇੱਕ ਰੈਕਟ ਚੱਲਦਾ ਵਾ ਬਹੁਤ ਪੁਰਾਣਾ, ਉਹ ਸਟਿਲ ਰਨਿੰਗ ਹੀ ਆ ਹੈ ਨਾ। ਉੱਥੇ ਕੀ ਲੋਕੀ ਕਰਦੇ, ਉੱਥੇ ਇੱਕ ਗੱਡੀ ਲੈਣੀ, ਉਹਨਾਂ ਗੱਡੀ ਦੇ ਵਿੱਚ ਇੱਕ ਨੂੰ ਮਾਲਕ ਬਣਾਉਣਾ, ਮਾਲਕਿਨ ਬਣਾ ਦੇਣਾ ਵਾ, ਤੇ ਇੱਕ ਨੇ ਡਰਾਈਵਰ ਬਣ ਜਾਣਾ। ਉਹਨਾਂ ਨੇ ਗਰੀਬ ਇਲਾਕੇ ਦੇ ਵਿੱਚ ਜਾਣਾ ਵਾ, ਗਰੀਬ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਨੇ ਕਹਿਣਾ ਆਹ ਮੇਰਾ ਮਾਲਕ ਜਾਂ ਮਾਲਕਣ, ਇਹਨਾਂ ਦਾ ਕੋਈ ਕੰਮ ਫਸਿਆ ਸੀ ਜਾਂ ਇਹਨਾਂ ਘਰੇ ਔਲਾਦ ਨਹੀਂ ਸੀ ਹੁੰਦੀ, ਇਹਨਾਂ ਘਰੇ ਹੁਣ ਔਲਾਦ ਹੋ ਗਈ ਆ ਤੇ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ, ਪੁੰਨ ਦਾ ਕੰਮ ਕਰਨਾ ਚਾਹੁੰਦੇ ਆ। ਤੇ ਇਹ ਨਾ ਕਈ ਲੋਕਾਂ ਨੂੰ ਕਹਿੰਦੇ ਵੀ ਅਸੀਂ ਹੱਜ ਕਰਾਉਣੀ ਆ ਜਾਂ ਉਮਰਾ ਕਰਾਉਣਾ ਵਾ, ਤੇ ਇਹ ਨਾ ਤੁਹਾਡਾ ਸਾਰਾ ਖਰਚਾ ਕਰਨਗੇ ਜੇ ਤੁਸੀਂ ਜਾਣਾ ਚਾਹੁੰਦੇ ਆ। ਜਿਹੜਾ ਗਰੀਬ ਵਿਚਾਰਾ, ਜਿਹਨੂੰ ਰੋਟੀ ਮਸਾਂ ਮਿਲਦੀ ਆ, ਉਹਨੇ ਕਦੀ ਸੋਚਿਆ ਨਹੀਂ ਹੁੰਦਾ ਕਿ ਮੈਂ ਹੱਜ ਕਰ ਲੂੰਗਾ ਹੈ ਨਾ, ਮੈਂ ਸਾਊਦੀ ਅਰਬ ਚੱਲ ਜਾਊਂਗਾ। ਉਹ ਅਗਲਾ ਵੇਖਦਾ ਵੀ ਇਹ ਤਾਂ ਯਾਰ ਲਾਈਫ ਟਾਈਮ ਦੀ ਓਪਰਚੁਨਿਟੀ ਹੈ ਨਾ, ਵਨਸ ਇਨ ਲਾਈਫ ਟਾਈਮ ਵਾਲਾ ਕੰਮ ਆ, ਵੀ ਇਹ ਤਾਂ ਮੇਰੇ ਕੋਲ ਸ਼ਾਇਦ ਉੱਦਾਂ ਕਰ ਹੀ ਨਹੀਂ ਹੋਣਾ, ਵੀ ਚੱਲ ਮੇਰੀ ਵੀ ਮੰਮੀ ਜੰਨਤ ਚੱਲ ਜਾਊਗਾ, ਮੈਂ ਵੀ ਰੱਬ ਦੇ ਦਰਸ਼ਨ ਕਰਾਵਾਂ। ਤੇ ਉਹ ਲੋਕੀ ਹਾਮੀ ਭਰ ਦਿੰਦੇ ਆ। ਉਹ ਅਸਲ 'ਚ ਹੁੰਦੇ ਆ ਨਸ਼ੇ ਦੇ ਸਮਗਲਰ ਹੁੰਦੇ ਆ। ਉਹ ਉਹਨਾਂ ਗਰੀਬਾਂ ਦੀਆਂ ਟਿਕਟਾਂ ਕਰਾ ਕੇ, ਉਹਨਾਂ ਦੇ ਵੀਜ਼ੇ ਕਰਾ ਕੇ, ਉਹਨਾਂ ਦੇ ਲਗੇ ਦੇ ਵਿੱਚ ਨਸ਼ਾ ਪਾ ਕੇ ਭੇਜ ਦਿੰਦੇ ਆ। ਉਹਦੇ ਵਿੱਚੋਂ ਕੁਝ ਕਲੀਅਰ ਹੋ ਜਾਂਦੇ, ਕੁਝ ਫੜੇ ਜਾਂਦੇ ਆ, ਕਿਉਂਕਿ ਜਿੱਥੇ ਚੀਜ਼ ਬੈਨ ਆ ਜਾਂ ਹੈ ਨਾ, ਨਸ਼ਾ ਬੈਨ ਆ ਉੱਥੇ, ਤੇ ਉੱਥੇ ਉਹਦਾ ਪ੍ਰਾਈਸ ਵੀ ਆਫਕੋਰਸ ਬਹੁਤ ਜ਼ਿਆਦਾ। ਫੋਰ ਐਗਜ਼ਾਮਪਲ ਕਿਸੇ ਸਟੇਟ ਦੇ ਵਿੱਚ ਦਾਰੂ ਬੈਨ ਆ, ਤੇ ਉੱਥੇ ਜਾਣੀ ਕਿ ਜਿਹੜੀ ਦਾਰੂ ਆ ਉਹ ਆਮ ਮੁੱਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਪ੍ਰਾਈਸ 'ਤੇ ਮਿਲਦੀ ਆ। ਪੰਜਾਬ ਦੇ ਵਿੱਚ ਜਿਵੇਂ ਕਹਿੰਦੇ ਕਰਪਸ਼ਨ ਬੈਨ ਆ, ਤੇ ਇਸੇ ਨਾਂ 'ਤੇ ਅੱਜ ਕੱਲ੍ਹ ਇਹ ਬਹਾਨਾ ਬਣਾ ਕੇ ਕਰਪਸ਼ਨ ਦੇ ਰੇਟ ਬੜੇ ਵਧੇ ਪਏ ਹੈ ਨਾ। ਅੱਗੇ ਜਿਹੜਾ ਕੰਮ ਕਹਿੰਦੇ ਵੀ 2000 ਦਾ ਹੁੰਦਾ ਸੀ, ਹੁਣ 5000 ਦਾ ਹੁੰਦਾ, ਕਿਉਂਕਿ ਅਗਲੇ ਅਧਿਕਾਰੀ ਆ ਦਿੰਦੇ ਭਾਈ ਸਖਤਾਈ ਬਹੁਤ ਆ। ਸੋ ਸੇਮ ਵੇ ਦੇ ਨਾਲ ਕਿ ਉੱਥੇ ਸਖਤਾਈ ਬਹੁਤ ਆ, ਤੇ ਨਸ਼ੇ ਦੀ ਪ੍ਰਾਈਸ ਬਹੁਤ ਹਾਈ ਆ, ਤੇ ਇਸ ਕਰਕੇ ਉਹ ਰਿਸਕ ਲੈਂਦੇ ਰਹਿੰਦੇ। ਮੰਨ ਲਓ ਉਹਨਾਂ ਨੇ 10 ਗਰੀਬ ਚਾੜ੍ਹਤੇ, 10 ਦੇ ਵਿੱਚੋਂ 2 ਕਲੀਅਰ ਹੋ ਗਏ, 8 ਫੜੇ ਗਏ, ਤੇ ਉਹਨਾਂ ਦੋਵਾਂ ਦਾ ਜਿਹੜਾ ਮਾਲ ਵਿਕ ਜਾਣਾ, ਉਹਦੇ ਨਾਲ ਉਹਨਾਂ ਦੇ ਸਾਰੇ ਖਰਚੇ, ਉਹਨਾਂ ਦਾ ਸਾਰਾ ਚੀਜ਼ਾਂ ਪੂਰੀਆਂ ਹੋਣਗੀਆਂ, ਪਲੱਸ ਉਹਨਾਂ ਨੇ ਪ੍ਰੋਫਿਟ 'ਚ ਰਹਿ ਜਾਣਾ। ਤੇ ਜਿਹੜੇ 8 ਵਿਚਾਰੇ ਫੜੇ ਗਏ, ਉਹਨਾਂ ਨੂੰ ਉੱਥੇ ਮੌਤ ਦੀਆਂ ਸਜ਼ਾਵਾਂ ਮਿਲ ਜਾਣਗੀਆਂ। ਇਹਨਾਂ ਨੂੰ ਸਮਗਲਰਾਂ ਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂਗਾ। ਸੋ ਇਹੜੇ ਤਰੀਕੇ ਦੇ ਨਾਲ ਵੀ ਬਹੁਤ ਸਾਰੇ ਲੋਕ ਉੱਥੇ ਫਸਦੇ ਆ ਉੱਥੇ। ਸੋ ਆਪਣੇ ਚਲੋ ਮੇ ਬੀ ਇਹਦੇ ਇੱਦਾਂ ਦਾ ਧੰਦਾ ਨਾ ਹੁੰਦਾ ਹੋਊ, ਪਰ ਫਿਰ ਵੀ ਮੇਰੇ ਦਿਮਾਗ 'ਚ ਆਇਆ ਕਿ ਯਾਰ ਸਮਾਨ, ਉਹ ਸ਼ੱਕੀ ਸਮਾਨ, ਜੇ ਤੇ ਤੁਸੀਂ ਖੁਦ ਨਹੀਂ ਨਾ ਯਕੀਨ, ਜਿਹੜੀ ਏਅਰਲਾਈਨ ਨੂੰ ਨਾ ਯੂਜ਼ ਕਰਿਓ, ਤੇ ਨਾ ਇੱਦਾਂ ਦਾ ਸਮਾਨ ਕਦੀ ਲੈ ਕੇ ਜਾਇਓ ਇਹਦੇ ਵਿੱਚ। ਮੈਂ ਕੋਈ ਏਅਰਲਾਈਨ ਤੋਂ ਡਰਾਉਣ ਨਹੀਂ ਆਇਆ ਜਿਹੜੀ ਤੋਂ, ਵੀ ਅੰਦਰੋਂ ਜਿੱਦਾਂ ਮੈਂ ਕਿਹਾ ਵੀ ਅਰਬ ਲਗਜ਼ਰੀ ਬਹੁਤ ਵਧੀਆ ਪ੍ਰੋਵਾਈਡ ਕਰਦਾ ਵਾ, ਵੀ ਜਿਹੜੀਆਂ ਉਹਦੀਆਂ ਸੀਟਾਂ ਵਾ ਉਹ ਜਿੱਦਾਂ ਦੀ ਤੁਸੀਂ ਕਹਿ ਦਿਓ ਇਤਿਹਾਦ, ਕਤਰ ਹੈ ਨਾ, ਉਹਦੇ ਨਾਲੋਂ ਵੀ ਮੈਂ ਕਹਿ ਸਕਦਾ ਸ਼ਾਇਦ ਵਧੀਆ ਹੋਣ, ਵੀ ਬਹੁਤ ਵਧੀਆ ਵਾ। ਨਿਊ ਏਅਰਕ੍ਰਾਫਟ ਨੇ ਸਾਰੇ, ਸੋ ਬਹੁਤ ਵਧੀਆ ਵਾ। ਹਾਂ, ਤੇ ਪਲੱਸ ਇੱਕ ਇਹਨਾਂ ਦੀ ਮਾੜੀ ਚੀਜ਼ ਆ, ਉਹ ਲਗੇਜ ਹੈਂਡਲਿੰਗ ਨੂੰ ਲੈ ਕੇ ਬਹੁਤ ਬੁਰੇ ਹਾਲ ਆ। ਉਹ ਆਈ ਥਿੰਕ ਏਅਰਪੋਰਟ ਅਜੇ ਸਟਿਲ ਉਨੀ ਹੈ ਨਾ, ਵੀ ਕਪੈਸਿਟੀ ਉਹਨਾਂ ਦੀ ਜ਼ਿਆਦਾ ਹੋ ਗਈ ਆ, ਲੋਕੀ ਜ਼ਿਆਦਾ ਟਰੈਵਲ ਕਰ ਰਹੇ, ਸਟਾਫ ਹੈ ਨਹੀਂ ਗਾ, ਉਹਦੇ ਕੰਮ ਕਰਕੇ ਹੋ ਰਿਹਾ ਵਾ। ਪਰ ਮੈਂ ਇਹਦੇ 'ਚ 4 ਵਾਰੀ ਟਰੈਵਲ ਕਰ ਚੁੱਕਾ, ਮੈਂ 4 ਵਾਰੀ ਮੇਰੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਸਾਡਾ ਲਗੇਜ ਕਦੀ ਨਹੀਂ ਮਿਲਿਆ ਉਤਰਨ 'ਤੇ। ਤੇ ਉਹ ਖਾਸ ਕਰ ਉੱਧਰੋਂ ਐਨ ਨੂੰ ਆਉਂਦੇ ਆ, ਕਿਉਂਕਿ ਜਿਹੜਾ ਸਟੇ ਹੁੰਦੀ ਉਹ ਘੰਟੇ 1.5 ਘੰਟੇ ਦੀ ਸਟੇ ਹੁੰਦੀ, ਉੱਧਰੋਂ ਮੈਡਰਿਡ ਤੋਂ ਆਉਂਦੇ ਆ, ਤੇ ਉਹਦੇ ਵਿੱਚ ਉਹ ਸਵਾਰੀਆਂ ਨੂੰ ਤਾਂ ਅੱਗੇ ਭੇਜ ਦਿੰਦੇ ਆ, ਪਰ ਲਗੇਜ ਨਹੀਂ ਅੱਗੇ ਫਾਰਵਰਡ ਕਰਦੇ। ਸੋ ਇੱਕ ਇਹ ਵੀ ਚੀਜ਼ ਮਾਈਂਡ ਦੇ ਵਿੱਚ ਰੱਖਿਓ ਕਿ ਜੇ ਤੁਹਾਡੀ ਸਟੇ ਘੰਟੇ 1.5 ਘੰਟੇ ਦੀ ਆ, ਉਹਦੇ ਵਿੱਚ ਵੈਰੀ ਮੱਚ 99% ਚਾਂਸਸ ਆ ਕਿ ਤੁਹਾਡਾ ਲਗੇਜ ਅੱਗੇ ਨਹੀਂ ਪਹੁੰਚਣਾ। ਸੋ ਇਹ ਤਾਂ ਹੋ ਗਿਆ ਜੀ, ਇਹਦੀ ਮੈਂ ਜਾਣਕਾਰੀ ਦੇਣੀ ਸੀ, ਕਿਉਂਕਿ ਮੈਨੂੰ ਵੈਰੀ ਇੰਪੋਰਟੈਂਟ ਲੱਗਾ ਵੀ ਪ੍ਰਾਈਸ ਵਗੈਰਾ ਵਾਟਐਵਰ। ਪਰ ਮੈਨੂੰ ਉਹ ਲੱਗਾ ਕਿ ਯਾਰ ਇਹ ਖਤਰੇ ਦੀ ਚੀਜ਼ ਆ, ਕਿਉਂਕਿ ਸਾਡੇ ਲੋਕਾਂ ਨੂੰ ਹੈ ਨਾ, ਵੀ ਅਫਕੋਰਸ ਬਾਹਰ ਮਿਹਨਤਾਂ ਕਰਕੇ ਆਪਾਂ ਪੈਸੇ ਬਣਾਈਦੇ ਆ। ਬੰਦਾ ਕਹਿੰਦਾ ਯਾਰ ਮੈਂ 10 ਘੰਟੇ 12 ਘੰਟੇ ਬਹਿ ਕੇ ਹੀ ਜਾਣਾ, ਉਹ ਵੀ ਏਅਰਲਾਈਨ ਆ, ਇਹ ਵੀ ਏਅਰਲਾਈਨ ਆ। ਜੇ ਮੇਰਾ 50,000 ਬਚਦਾ ਵਾ, 50,000 'ਚ ਮੈਂ ਉੱਥੇ ਕਿੰਨਾ ਟਾਈਮ ਇੰਡੀਆ ਵਿੱਚ ਸੇਵ ਕਰ ਲੈਣਾ ਹੈ ਨਾ, ਵੀ ਮੇਰਾ ਕਿੰਨਾ ਚਿਰ ਖਰਚੇ ਨਿਕਲ ਜਾਣੇ ਆ। ਤੇ ਲੋਕੀ ਇਹਨੂੰ ਚੂਜ਼ ਕਰ ਲਿਆ ਜਿਹੜੀ ਏਅਰਲਾਈਨ ਨੂੰ। ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਗਲਤ ਸਮੱਗਰੀ ਲਿਆਉਂਦਿਆਂ ਜਾਂ ਦਾਰੂ ਲਿਆਉਂਦਿਆਂ ਖੱਜਲ ਖਵਾਰ ਹੋਵੇ, ਤੇ ਜਾਂ ਫਿਰ ਕੋਈ ਹੋਰ ਐਸੀ ਸਮੱਗਰੀ ਲੈ ਆਵੇ ਜਿਹਦੇ ਕਰਕੇ ਉਹਦੀ ਜਾਨ ਤੇ ਆ ਬਣੇ। ਸੋ ਇਹ ਹੋ ਗਈ ਜਿਹੜੀ ਗੱਲ। ਹੁਣ ਦੂਸਰੀ ਗੱਲ ਵੀ ਮੇਰੇ ਕੰਮ ਬਾਰੇ ਜੀ। ਮੇਰਾ ਕੰਮ, ਮੈਂ ਇੱਥੇ ਖੋਲ੍ਹ ਰਿਹਾ ਵਾਂ ਇਮੀਗ੍ਰੇਸ਼ਨ ਦਾ ਕੰਮ, ਜਿਹਦੇ ਵਿੱਚ ਆਪਾਂ ਆਈਲੈਟਸ ਵਗੈਰਾ ਕਰਾਉਣੀ ਆ, ਤੇ ਉਹਦੀ ਆ, ਤੇ ਪਲੱਸ ਆਪਾਂ ਇਮੀਗ੍ਰੇਸ਼ਨ ਕੰਸਲਟੈਂਸੀ ਆ, ਵੀ ਆਪਾਂ ਲੋਕਾਂ ਨੂੰ ਗਾਈਡ ਕਰਾਂਗੇ ਬਾਹਰ ਦੇ ਬਾਰੇ। ਕਿਉਂਕਿ ਇਹਦਾ ਖੋਲ੍ਹਣ ਦਾ ਪਹਿਲਾਂ ਮੈਂ ਰੀਜ਼ਨ ਦੱਸ ਦਿੰਦਾ ਵੀ ਮੈਨੂੰ ਕਿਉਂ ਹੈ ਖੋਲ੍ਹਣ ਦਾ। ਜਿਹੜਾ ਸਭ ਤੋਂ ਵੱਡਾ ਰੀਜ਼ਨ ਸੀ ਇਹ ਸੀ ਕਿ ਮੈਨੂੰ ਇਨਕੁਆਇਰੀ ਬਹੁਤ ਇਹੋ ਜਿਹੀਆਂ ਨੈੱਟ ਦੇ ਉੱਪਰ ਆਉਂਦੀਆਂ, ਕਿ ਹਰ ਕੋਈ ਕਿਤੇ ਨਾ ਕਿਤੇ ਬਾਹਰ ਦਾ ਪੁੱਛ ਰਿਹਾ ਵਾ ਜਾਂ ਉਹ ਜਾਣਕਾਰੀ ਲੈਣੀ ਚਾਹੁੰਦਾ ਵਾ। ਤੇ ਮੈਨੂੰ ਲੱਗਦਾ ਮੇਰਾ ਬਹੁਤ ਸਾਰਾ ਟਾਈਮ ਇਹਦੇ ਵਿੱਚ ਜਾਂਦਾ ਵਾ, ਤੇ ਕਿਉਂ ਨਾ ਚੱਲ ਮੈਂ ਇਹਨੂੰ ਹੀ ਬਿਜ਼ਨਸ ਬਣਾ ਲਾਂ। ਤੇ ਬਾਕੀ ਮੈਨੂੰ ਲੱਗਾ ਕਿ ਕਿਉਂਕਿ ਮੈਂ ਇਹੋ ਜਿਹੇ ਬਹੁਤ ਲੋਕੀ ਵੀਜ਼ੇ ਸ਼ੇਅਰ ਕਰਦੇ ਸੀ, ਫੋਟੋਆਂ ਕਰਦੇ ਸੀ, ਜਿਹਦੇ ਵਿੱਚ ਲੋਕਾਂ ਨੂੰ ਫੇਕ ਵੀਜ਼ੇ ਪਾਸਪੋਰਟਾਂ 'ਤੇ ਲਾ ਕੇ ਦੇ ਦਿੱਤੇ ਜਾਂਦੇ, ਉਹ ਜਾਂ ਏਅਰਪੋਰਟ ਤੋਂ ਮੁੜ ਕੇ ਆਉਂਦੇ, ਜਾਂ ਉਹਨਾਂ ਨੂੰ ਫੇਕ ਵੀਜ਼ਾ ਇਸ਼ੂ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੁਣ ਤੁਸੀਂ ਪੈਸੇ ਦੇ ਦਿਓ ਵੀ ਤੁਹਾਡਾ ਵੀਜ਼ਾ ਤਾਂ ਆ ਗਿਆ। ਤੇ ਉਹ ਜਦੋਂ ਵੀਜ਼ਾ ਤੇ ਮੈਂ ਚੈੱਕ ਕਰਦਾ ਆਪਣੇ ਲੈਵਲ 'ਤੇ, ਜਿੰਨਾ ਕੁ ਮੈਨੂੰ ਮੇਰੀ ਸਮਝ ਆ ਤਾਂ ਉਹ ਫੇਕ ਹੁੰਦਾ।
ਤੇ ਲੋਕੀ ਫਿਰ ਕਹਿਣਗੇ ਵੀ ਸਾਡੇ ਇੰਨੇ ਪੈਸੇ ਬਚ ਗਏ, ਥੈਂਕ ਯੂ ਭਾਜੀ ਵਾਟਐਵਰ। ਫਿਰ ਮੈਨੂੰ ਲੱਗਦਾ ਵੀ ਯਾਰ ਇੰਨੇ ਵੀ ਗਰਾਊਂਡ ਲੈਵਲ ਤੇ ਯਾਰ ਬਹੁਤ ਜ਼ਿਆਦਾ ਝੂਠ ਆ ਇਹਦੇ ਵਿੱਚ, ਹੈ ਨਾ। ਫੋਰ ਐਗਜ਼ਾਮਪਲ ਮੈਂ ਯੂਕਰੇਨ ਗਿਆ, ਯੂਕਰੇਨ 'ਚ ਮੈਂ ਦੇਖਿਆ ਲੋਕੀ 10-10 ਲੱਖ ਲਾ ਕੇ ਜਾਣ ਡਿਆ, ਹੈ ਨਾ। ਵੀ ਜਿਹੜਾ ਈਜ਼ੀ ਵੀਜ਼ਾ ਦੁਬਈ ਦਾ ਲੋਕੀ 2-2 ਲੱਖ ਰੁਪਈਆ ਲਈ ਜਾਂਦੇ, ਜਿਹੜਾ ਬਹੁਤ ਈਜ਼ੀ ਕੰਮ ਆ, ਹੈ ਨਾ। ਵੀ ਟੂਰਿਸਟ ਵੀਜ਼ਾ ਤੁਸੀਂ ਲੈ ਸਕਦੇ। ਸੋ ਇਹ ਜਿਹੜੇ ਸਾਰੇ ਕੰਮ ਦੇ ਵਿੱਚ ਆਪਾਂ ਲੋਕਾਂ ਨੂੰ ਗਾਈਡ ਕਰਨਾ ਚਾਹੁੰਦੇ ਹਾਂ। ਅਤੇ ਪਲੱਸ ਆਫਕੋਰਸ ਨੋ ਡਿਨਾਈ, ਹੈ ਨਾ, ਇਹਦੇ ਵਿੱਚ ਪੈਸਾ ਵੀ ਹੈਗਾ, ਪਰ ਪੈਸਾ ਵੀ ਬਿਜ਼ਨਸ ਮੈਂ ਕਰਨਾ ਚਾਹੁੰਦਾ। ਬਿਜ਼ਨਸ ਮੈਂ ਇਹ ਨਹੀਂ ਕਰਨਾ ਚਾਹੁੰਦਾ, ਲੋਕਾਂ ਦੀ ਅਗਿਆਨਤਾ ਦਾ ਫਾਇਦਾ ਨਹੀਂ ਚੱਕਣਾ ਚਾਹੁੰਦਾ, ਲੋਕਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੁੰਦਾ। ਵੀ ਕਿਸੇ ਨੂੰ ਪਤਾ ਨਹੀਂ ਗਾ ਵੀ ਮੰਨ ਲਓ ਵੀ, ਹੈ ਨਾ, ਵੀ ਯੂਕਰੇਨ ਇੱਥੇ ਕੀ ਕਰਦੇ ਆ ਲੋਕੀ, ਏਜੰਟ ਜ਼ਿਆਦਾਤਰ ਮੈਪ ਵਿਖਾਉਂਦੇ, ਹੈ ਨਾ, ਆਹ ਵੇਖ ਲਾ ਯੂਕਰੇਨ, ਹੈ ਨਾ, ਇਹਦੇ ਨਾਲ ਹੀ ਆਹ ਲੱਗਦੀ ਆ, ਇਹਦੇ ਨਾਲ ਹੀ ਆਹ ਯੂਰਪੀਅਨ ਕੰਟਰੀ ਲੱਗਦੀ ਆ, ਹੈ ਨਾ। ਉਹਦੇ ਹਿਸਾਬ ਨਾਲ ਲੋਕਾਂ ਕੋਲ ਪੈਸੇ ਲੈ ਜਾਂਦੇ ਆ, ਉਹਦਾ ਸੱਚ ਦੱਸੇ ਬਗੈਰ ਵੀ ਇੱਦਾਂ ਦੇ ਝੂਠ ਮਾਰੇ ਜਾਂਦੇ। ਮੈਂ ਤਾਂ ਇੱਕ ਦਿਨ ਸੋਚਦਾ ਸੀ ਇੱਥੇ, ਇੱਕ ਦਿਨ ਮੈਨੂੰ ਇੱਕ ਮੁੰਡਾ ਮਿਲਿਆ ਇੱਥੇ, ਮੈਂ ਕਿਤੇ ਦੁਕਾਨ 'ਤੇ ਬੈਠਾ ਸੀ, ਉੱਥੇ ਮੁੰਡਾ ਆਪਣਾ ਪੈਨ ਕਾਰਡ ਅਪਲਾਈ ਕਰਨਾ ਹੈ, ਕਿਉਂਕਿ ਉਹ ਪੈਨ ਕਾਰਡ ਅੰਬੈਸੀ ਨੇ ਮੰਗਿਆ ਸੀ ਵੀ ਪੈਨ ਕਾਰਡ ਵੀ ਸਬਮਿਟ ਕਰੋ। ਅਤੇ ਉਹ ਮੁੰਡੇ ਨੇ ਪੁੱਛ ਲਿਆ ਉੱਥੇ, ਮੈਨੂੰ ਤਾਂ ਨਹੀਂ, ਵੀ ਉਹਨੂੰ ਦੁਕਾਨਦਾਰ ਨੂੰ ਪੁੱਛ ਲਿਆ ਕਿ ਯਾਰ ਮੈਂ ਪੈਨ ਕਾਰਡ ਅਪਲਾਈ ਕਰਨਾ ਵਾ, ਹੈ ਨਾ, ਵੀ ਮੇਰਾ ਅੰਬੈਸੀ ਨੇ ਮੰਗਿਆ ਵਾ, ਪਰ ਮੇਰਾ ਆਧਾਰ ਕਾਰਡ 'ਤੇ ਨਾਂ ਹੋਰ ਆ, ਵੀ ਮੇਰਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਅਪਲਾਈ ਹੋਣਾ ਵਾ। ਅਤੇ ਸੋ ਮੇਰੇ ਪਾਸਪੋਰਟ 'ਤੇ ਮੇਰੇ ਸਪੈਲਿੰਗ ਕੁਛ ਹੋਰ ਹੋਣਗੇ ਅਤੇ ਪੈਨ ਕਾਰਡ 'ਤੇ ਮੇਰੇ ਕੁਛ ਹੋਰ ਹੋਣਗੇ। ਅਤੇ ਫਿਰ ਮੈਂ ਉੱਥੇ ਟੋਕ ਕੇ ਗੱਲ ਕਹਿਤੀ, ਮੈਂ ਕਿਹਾ ਵੀ ਵੀਰ ਤੂੰ ਆਪਣੀ ਕਰੈਕਸ਼ਨ ਕਰਾ ਲਾ, ਵੀ ਜੇ ਤੂੰ ਬਾਹਰ ਦਾ ਕੰਮ ਕਰਨ ਡਿਆ ਅਤੇ ਜੇ ਉਹਨਾਂ ਨੇ ਮੰਗਿਆ ਹੀ ਹੈ ਤੇਰੇ ਕੋਲ ਹੀ ਚੀਜ਼, ਤਾਂ ਉਹਨਾਂ ਨੇ ਡੈਫੀਨੇਟਲੀ ਚੈੱਕ ਵੀ ਕਰਨਗੇ, ਅਤੇ ਉਹ ਬਾਅਦ ਦੇ ਵਿੱਚ ਤੇਰੀ ਰਿਜੈਕਸ਼ਨ ਆ ਜਾਊ। ਕੋਈ ਫਾਇਦਾ ਨਹੀਂ ਹੈਗਾ ਵੀ ਤੇਰੇ 2 ਡਾਕੂਮੈਂਟ ਦੇ ਡਿਫਰੈਂਟ ਨੇਮ ਦੇ ਸਪੈਲਿੰਗ ਹੋਣਗੇ। ਫਿਰ ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਪੁੱਛ ਲਿਆ, ਮੈਂ ਕਿਹਾ ਵੀਰ ਕਿੱਥੇ ਚੱਲਿਆ ਵਾਂ? ਕਹਿੰਦਾ ਮੈਂ ਚੱਲਿਆ ਇੰਗਲੈਂਡ। ਹੁਣ ਮੈਂ ਇੰਗਲੈਂਡ ਨੂੰ ਮਾੜਾ ਨਹੀਂ ਆਉਂਦਾ, ਮੇਰੀ ਗੱਲ ਧਿਆਨ ਨਾਲ ਸੁਣਨਾ। ਅਤੇ ਮੈਂ ਕਿਹਾ ਵੀ ਕਿਉਂ ਚੱਲਿਆ ਇੰਗਲੈਂਡ? ਕਹਿੰਦਾ ਮੇਰੇ ਯਾਰ ਦੋਸਤ ਸਾਰੇ ਉੱਥੇ ਨੇ। ਮੈਂ ਕਿਹਾ ਵੀ ਇਹਦਾ ਤੈਨੂੰ ਕੀ ਫਾਇਦਾ, ਤੇਰੇ ਯਾਰ ਦੋਸਤ ਸਾਰੇ ਉੱਥੇ ਨੇ? ਕਹਿੰਦਾ ਨਹੀਂ ਬਸ ਅਸੀਂ ਯਾਰ ਦੋਸਤ ਉੱਥੇ ਇਕੱਠੇ ਰਵਾਂਗੇ। ਮੈਂ ਕਿਹਾ ਵੀ ਇਹ ਤਾਂ ਤੇਰੀ ਜਾਣ, ਇੱਕ ਸਿਰਫ ਇਹ ਤਾਂ ਤੇਰੇ ਜਾਣ ਵਾਸਤੇ, ਤੇਰੇ ਇੱਕ ਵਾਰੀ ਤੇਰੀ ਪਹੁੰਚਣ ਦੀ ਹੈਲਪ ਹੋ ਜਾਊਗੀ, ਵੀ ਤੇਰੇ ਯਾਰ ਦੋਸਤ ਉੱਥੇ ਨੇ, ਤੈਨੂੰ ਸ਼ਾਇਦ ਕੋਈ ਲੈਣ ਆ ਜਾਏਗਾ ਜਾਂ ਤੈਨੂੰ ਰੂਮ ਮਿਲ ਜਾਊ। ਉਸ ਤੋਂ ਬਾਅਦ ਤੇਰੇ ਯਾਰ ਦੋਸਤ, ਉਹ ਤੇਰੀ ਕੋਈ ਹੈਲਪ ਨਹੀਂ ਹੋ ਪਾਉਣੀ, ਵੀ ਉਹ ਵੀ ਨਵੇਂ ਹੀ ਗਏ ਨੇ, ਜਾਂ ਤਾਂ ਹੋਵੇ ਨਾ ਯਾਰ ਦੋਸਤ ਵੈਲ ਸੈਟਲਡ ਨੇ, ਉਹਨੇ ਤੇਰੇ ਵਾਸਤੇ ਅਗਲੇ ਤੇਰੇ 5 ਸਾਲ ਦਾ ਪਲਾਨ ਸੋਚ ਕੇ ਰੱਖਿਆ ਵੀ ਆਪਾਂ ਤੈਨੂੰ ਕਿੱਦਾਂ ਇੱਥੇ ਸੈਟਲ ਕਰਨਾ ਵਾ, ਤੂੰ ਇੱਥੇ ਆ ਜਾਣਾ, ਆਪਾਂ ਤੇਰਾ ਇੱਧਰ ਕਰਾ ਦੇਣਾ ਦਾਖਲਾ, ਉੱਧਰ ਕਰਾ ਦੇਣਾ, ਬਾਅਦ 'ਚ ਆ ਹੋ ਜਾਣਾ। ਵੀ ਉਹ ਵੀ ਨਵੇਂ ਹੀ ਗਏ ਨੇ, ਜੇ ਸਟੂਡੈਂਟ ਗਏ ਨੇ। ਅਤੇ ਮੈਂ ਕਿਹਾ ਵੀ ਵੀਰ ਵੀ ਉੱਥੇ ਪੱਕੇ ਹੋਣ ਦਾ ਤਾਂ ਬਹੁਤ ਔਖਾ ਵਾ, ਵੀ ਪੱਕੇ ਹੋਣ ਵਾਲੇ ਦੇ ਉੱਥੇ ਚਾਂਸਸ ਨਾ ਮਾਤਰ ਆ। ਕਹਿੰਦਾ ਆਪਾਂ ਕਿਹੜਾ, ਆਪਾਂ ਨੂੰ ਕੀ ਹੋਵੇ, ਆਪਾਂ ਭਾਵੇਂ ਪੱਕੇ ਨਾ ਹੋਈਏ, ਆਪਾਂ ਕੀ ਲੈਣਾ ਪੱਕੇ ਹੋ ਕੇ। ਮੈਂ ਕਿਹਾ ਵੀ ਇਹ ਤੇਰੀ ਅੱਜ ਤੈਨੂੰ ਅੱਗ ਲੱਗੀ ਪਈ ਹੈ ਇੱਥੋਂ ਬਾਹਰ ਨਿਕਲਣ ਦੀ, ਅੱਜ ਤੈਨੂੰ ਇੱਥੋਂ ਅੱਗ ਲੱਗੀ ਪਈ ਬਾਹਰ ਨਿਕਲਦੀ, ਪਰ ਤੈਨੂੰ ਅਫਕੋਰਸ 4-5 ਸਾਲਾਂ ਨੂੰ ਤੂੰ ਪਿੰਡ ਨੂੰ ਮਿਸ ਕਰਨਾ। ਮੈਂ ਕਿਹਾ ਤੇਰੇ ਮਾਂ ਪਿਓ ਹੈਗੇ ਆ ਨਾ? ਕਹਿੰਦਾ ਹੈਗੇ ਆ। ਮੈਂ ਕਿਹਾ ਤੂੰ ਉਹਨਾਂ ਨੂੰ ਰੋਣਾ, ਉਹਨਾਂ ਨੇ ਤੈਨੂੰ ਰੋਣਾ, ਵੀ ਤੂੰ ਜੇ ਵਾਪਸ ਨਾ ਆ ਸਕਿਆ ਤਾਂ ਫਿਰ ਕੀ ਕਰੇਗਾ? ਉਹ ਨਾ ਉਹਦੇ ਜ਼ੋਨ ਜੇ 'ਚੋਂ ਨਿਕਲ ਨਹੀਂ ਰਿਹਾ, ਹੈ ਨਾ। ਵੀ ਮੈਨੂੰ ਹੈਰਾਨੀ ਸੀ ਵੀ ਯਾਰ ਇਹ ਬੰਦਾ ਕਿੱਦਾਂ ਡਿਸਾਈਡ ਕਰ ਰਿਹਾ ਇਹ ਚੀਜ਼, ਹੈ ਨਾ। ਵੀ ਯਾਰ ਵੀ ਲੋਕਾਂ ਨੂੰ ਇੱਥੇ ਲੱਗਦਾ ਵਾ ਕਿ ਬਾਹਰ ਜਾਣਾ ਹੀ ਸਭ ਕੁਝ ਆ, ਵੀ ਸਾਡੀਆਂ 95 ਕਿ 100% ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਅਸੀਂ ਬਾਹਰ ਪਹੁੰਚ ਗਏ। ਅਤੇ ਮੈਨੂੰ ਲੱਗਦਾ ਵੀ ਬਾਹਰ ਪਹੁੰਚਣਾ ਸਿਰਫ 5% ਹੀ ਹੈ ਜਾਂ 10% ਹੀ ਹੈ, ਵੀ ਬਾਕੀ ਤੇ ਅਸੀਂ ਕਿੱਥੇ ਜਾ ਰਹੇ ਹਾਂ, ਕੀ ਪਲਾਨ ਲੈ ਕੇ ਜਾਣ ਡੇ, ਇਹ ਚੀਜ਼ਾਂ ਮੈਟਰ ਕਰਦੀਆਂ। ਫਿਰ ਉਹਦੀ ਨਾ ਕੁਝ ਹੋਰ ਹੀ ਛਵੀ ਸੀ ਉਹਦੀ ਉੱਥੋਂ ਦੇ ਲਾਈਫ ਸਟਾਈਲ ਨੂੰ ਲੈ ਕੇ, ਵੀ ਉਹਦੇ ਕੁਝ ਯਾਰਾਂ ਦੋਸਤਾਂ ਨੇ ਉਹਨੂੰ ਕੁਝ ਉੱਦਾਂ ਦਾ ਗਾਈਡ ਕੀਤਾ। ਫਿਰ ਮੈਂ 1-2 ਮੇਰੇ ਮੁੰਡੇ ਨੋਨ ਸੀ, ਮੈਂ ਉਹਨਾਂ ਨੂੰ ਫੋਨ ਲਾਇਆ, ਮੈਂ ਉਹਦੀ ਗੱਲ ਕਰਾਈ, ਸਾਰਾ ਸਮਝਾਇਆ ਵੀ ਉੱਥੇ ਆਹ ਲਾਈਫ ਸਟਾਈਲ ਆ, ਆਹ ਚੀਜ਼ਾਂ ਵਾ, ਇੱਦਾਂ ਆਹ ਕੰਮ ਹੈ। ਉਹ ਕੰਮ ਵੀ ਕੁਝ ਹੋਰ ਹੀ ਸੋਚ ਕੇ ਬੈਠਾ ਸੀ। ਅਤੇ ਮੈਂ ਕਿਹਾ ਆਹ ਜਿਹੜੇ ਕੰਮ ਉੱਥੇ ਅਵੇਲੇਬਲ ਹੈਗੇ ਨੇ, ਇੰਨਾ ਤੈਨੂੰ ਕੰਮ ਕਰਨਾ ਪੈਣਾ, ਤੇਰੀ ਰਿਹਾਇਸ਼ ਇੱਦਾਂ ਦੀ ਹੋਣੀ ਆ, ਜੇ ਇੱਥੇ ਰਵੇਂਗਾ ਇੰਨਾ ਇਹਦਾ ਰੈਂਟ ਹੋਊਗਾ, ਆਹ ਚੀਜ਼ ਹੋਊਗੀ। ਉਹਨੂੰ ਜਦੋਂ ਮੈਂ ਸਾਰੀ ਗੱਲ ਕਰੀ, ਕਹਿੰਦਾ ਯਾਰ ਆਹ ਤਾਂ ਮੈਨੂੰ ਉਹਨਾਂ ਨੇ ਗੱਲਾਂ ਦੱਸੀਆਂ ਹੀ ਨਹੀਂ। ਅਤੇ ਫਿਰ ਉਹਨੂੰ ਮੈਂ ਗਾਈਡ ਕੀਤਾ ਵੀ ਵੇਖ ਆਉਣਾ, ਵੀ ਵਾਪਸ ਮੁੜ ਕੇ ਆਉਣਾ ਵੈਰੀ ਇੰਪੋਰਟੈਂਟ ਪਾਰਟ ਆ, ਵੀ ਜਾਂ ਤਾਂ ਤੂੰ ਵੀ ਆਰ ਪਾਰ ਦੀ, ਕਿਉਂਕਿ ਕੁਝ ਸਿਨਾਰੀਓ ਦੇ ਇਹੋ ਜਿਹੇ ਹੁੰਦੇ ਆ ਵੀ ਕਈ ਲੋਕਾਂ ਨੂੰ ਇਹ ਹੁੰਦਾ ਵੀ ਯਾਰ ਮੈਂ ਮੁੜਾਂ ਚਾਹੇ ਨਾ ਮੁੜਾਂ, ਵੀ ਮੈਂ ਅੰਨਾ ਪੈਸਾ ਕਮਾਉਣਾ ਵਾ ਸ਼ਾਇਦ, ਹੈ ਨਾ, ਉਹਦੇ ਪਿੱਛੇ ਪਰਿਵਾਰ ਵੀ ਹੈ ਨਹੀਂ ਗਾ। ਉਹ ਲੋਕਾਂ 'ਚ ਸਮਝ ਆ ਸਕਦਾ ਜਿਹਦਾ ਪਰਿਵਾਰ ਵੀ ਪਿੱਛੇ ਆ, ਯੰਗ ਆ। ਫਿਰ ਮੈਂ ਉਹਨੂੰ ਇਹ ਸਮਝਾਇਆ, ਮੈਂ ਕਿਹਾ ਵੀ ਹੁਣ ਤੇਰੀ ਉਮਰ ਹੈਗੀ ਆ 20-21-22 ਸਾਲ। ਮੈਂ ਕਿਹਾ ਵੀ ਚੱਲ ਠੀਕ ਹੈ, ਜਾਂ ਤੂੰ ਉੱਥੇ ਵਿਆਹ ਕਰਾ ਕੇ ਪੇਪਰ ਲੈ ਲਏਗਾ, ਜਾਂ ਤੂੰ ਉੱਥੇ ਕੱਲ੍ਹ ਨੂੰ, ਹੈ ਨਾ, ਵੀ ਬੱਚਾ ਹੋ ਜਾਊਗਾ ਸਮਥਿੰਗ। ਮੈਂ ਕਿਹਾ ਜੇ ਇਹੋ ਜਿਹਾ ਚੱਕਰ ਨਹੀਂ ਬਣਦਾ, 20 ਸਾਲਾਂ ਬਾਅਦ ਪੇਪਰ ਬਣਨਗੇ। ਮੈਂ ਕਿਹਾ ਵੀ ਤੂੰ ਮੰਨ ਲਾ 35-40 ਜਾਵੇਂਗਾ, ਵਿਆਹ ਕਰਾਵੇਂਗਾ, ਬਾਅਦ 'ਚ ਇੱਥੇ ਆ ਕੇ, ਮੈਂ ਕਿਹਾ ਯਾਰ ਸਾਰੀ ਲਾਈਫ ਡਿਸਟਰਬ ਹੋ ਜਾਂਦੀ ਆ। ਵੀ ਇਹ ਤੂੰ ਫੈਸਲਾ ਹੁਣੇ ਪਲਾਨ ਕਰਕੇ ਲੈ, ਮੈਂ ਕਿੱਥੇ ਜਾਣਾ, ਮੈਂ ਕਿੱਥੇ ਕਿੰਨੇ ਚਿਰ 'ਚ ਪੱਕਾ ਹੋਊਂਗਾ, ਜਾਂ ਮੇਰੀ ਨੀਡ ਕੀ ਆ, ਉਹਦੇ ਹਿਸਾਬ ਨਾਲ ਸੋਚ। ਫਿਰ ਉਹਨੂੰ ਮੱਥਾ ਦੇ ਨਾਲ ਮਾਰਿਆ ਅਤੇ ਉਹਦੇ ਗੱਲ ਖਾਨੇ ਪਾਈ। ਮੈਨੂੰ ਨਹੀਂ ਪਤਾ ਉਹਨੇ ਮੰਨਣੀ ਕਿ ਨਹੀਂ ਮੰਨਣੀ,
ਪਰ ਮੈਨੂੰ ਲੱਗਾ ਕਿ ਯਾਰ ਵਾਕਈ ਲੋਕੀ ਇਦਾਂ ਡਿਸਾਈਡ ਕਰਦੇ ਨੇ, ਲੋਕਾਂ ਨੂੰ ਇਹ ਹੈ ਕਿ ਯਾਰ ਇੱਥੋਂ ਬਾਹਰ ਨਿਕਲ ਚੱਲੀਏ ਕਿਸੇ ਤਰੀਕੇ ਦੇ ਨਾਲ ਵੀ ਤੇ ਇੱਥੋਂ ਦੇ ਜਿਹੜੇ ਭੇਜਣ ਵਾਲੇ ਆ ਉਹਨਾਂ ਨੂੰ ਨਹੀਂਗਾ ਇਹਦੇ ਨਾਲ ਕੋਈ ਵੀ ਸਰੋਕਾਰ ਕਿ ਇਹਦੀ ਆਉਣ ਵਾਲੀ ਲਾਈਫ ਕੀ ਹੋਣੀ ਆ। ਉਹਨਾਂ ਨੂੰ ਆਪਣੇ ਬਣਦੇ ਪੈਸੇ ਦੇ ਨਾਲ ਉਹਨਾਂ ਨੂੰ ਇਹ ਹੈ ਕਿ ਅੱਜ ਸਾਨੂੰ ਇਹਦੇ ਵਿੱਚੋਂ ਇੰਨੇ ਬਚ ਜਾਣੇ ਆ। ਉਹਨਾਂ ਵਾਸਤੇ ਉਹ ਪਰਸਨ ਇੱਕ ਜਿਉਂਦੀ ਜਾਗਦਾ ਬੰਦਾ ਨਹੀਂ ਹੈਗਾ, ਉਹਨਾਂ ਵਾਸਤੇ ਉਹ ਬੰਦੇ ਦੇ ਪਿੱਛੇ ਇੱਕ ਰੀਅਲ ਫੈਮਿਲੀ ਨਹੀਂ ਐਗਜ਼ਿਸਟ ਕਰਦੀ ਵੀ ਸ਼ਾਇਦ ਜਿਹੜੀ ਭੇਜ ਰਹੀ ਉਹਨਾਂ ਨੇ ਪਿੱਛੋਂ ਇਹਦੀ ਵੇਟ ਵੀ ਕਰਨੀ ਆ। ਮੈਂ ਇਹ ਸੋਚਦਾ ਸੀ ਕੱਲ ਨੂੰ ਜੇ ਸੀਰੀਆ ਦੇ ਵੀਜ਼ੇ ਲੱਗਣ ਲੱਗ ਪਏ ਨਾ ਸਟੱਡੀ ਬੇਸ ਤੇ, ਇਹਨਾਂ ਨੇ ਕਹਿ ਦੇਣਾ ਇਹ ਵੀ ਇਹਨਾਂ ਨੇ ਭੇਜਣ ਲੱਗ ਪੈਣੇ ਇੱਥੋਂ ਲੋਕਾਂ ਨੇ, ਉਹਨਾਂ ਕਹਿਣਾ ਭੇਜ ਦਈਏ। ਉਹਨਾਂ ਨੇ ਨਹੀਂ ਸੋਚਣਾ ਵੀ ਉੱਥੇ ਕੀ ਕੰਮਕਾਰ ਆ, ਕੀ ਆ ਉੱਥੇ ਸਕੋਪ ਕੀ ਆ, ਵਾਟਐਵਰ। ਇਹਨਾਂ ਕਹਿਣਾ ਸੀਰੀਆ ਦਾ ਵੀ ਸਟੂਡੈਂਟ ਵੀਜ਼ਾ ਆਇਆ ਤੁਹਾਨੂੰ ਅਸੀਂ ਸੀਰੀਆ ਵੀ ਭੇਜ ਦਿੰਦੇ ਆ। ਸੋ ਇੱਥੇ ਇਹ ਕੰਮ ਹੋ ਰਿਹਾ ਵਾ ਕਿ ਜਿੱਥੋਂ ਜਿਹੜੇ ਇੰਸਟੀਚਿਊਟ ਨੂੰ ਜਿੱਥੋਂ ਬੰਦਾ ਭੇਜਣ 'ਚੋਂ ਪੈਸੇ ਬਚ ਰਿਹਾ ਨਾ, ਉਹ ਉੱਥੇ ਭੇਜ ਰਿਹਾ ਵਾ ਬਜਾਏ ਇਸ ਦੇ ਕਿ ਉਹਨਾਂ ਦੀ ਕਾਉਂਸਲਿੰਗ ਕੀਤੇ ਜਾਂ ਉਹਨਾਂ ਨੂੰ ਗਾਈਡ ਕੀਤੇ ਬਗੈਰ ਕਿ ਕਿੱਥੇ ਜਾਣਾ ਚਾਹੀਦਾ ਕਿੱਥੇ ਨਹੀਂ ਜਾਣਾ ਚਾਹੀਦਾ। ਹਾਂ, ਮੈਂ ਦੂਸਰਾ ਪੱਖ ਵੀ ਵੇਖਿਆ ਵਾ, ਇੱਥੇ ਮੈਨੂੰ ਕੁਝ ਚੰਗੇ ਲੋਕ ਵੀ ਮਿਲੇ ਆ। ਚੰਗੇ ਲੋਕ ਕਹਿੰਦੇ ਵੀ ਅਸੀਂ ਜੇ ਕਿਸੇ ਨੂੰ ਆਖਦੀ ਹੈ ਨਾ ਵੀ ਜੇ ਉਹਦਾ 20 ਲੱਖ ਵਾਲਾ ਕੰਮ ਹੈ ਅਸੀਂ ਕਹਿ ਦਈਏ ਨਾ ਵੀ 5 ਲੱਖ 'ਚ ਕੰਮ ਹੁੰਦਾ ਵਾ ਅਸੀਂ ਕਰ ਦਿੰਦੇ, ਕਹਿੰਦਾ ਉਹ ਸਾਡੇ 'ਤੇ ਯਕੀਨ ਨਹੀਂ ਕਰਦੇ, ਉਹਨਾਂ ਨੂੰ ਝੂਠ ਲੱਗਦੇ ਅਸੀਂ, ਉਹਨਾਂ ਨੇ 20 ਲੱਖ ਵਾਲੇ ਕੋਲ ਹੀ ਜਾਣਾ ਕਿ 20 ਲੱਖ ਵਾਲਾ ਹੀ ਸੱਚਾ ਵਾ। ਤੇ ਕਹਿੰਦਾ ਵੀ ਜੇ ਅਸੀਂ ਉਹਨਾਂ ਨੂੰ ਇੱਦਾਂ ਦਾ ਕੋਈ ਗਾਈਡ ਕਰ ਦਈਏ ਵੀ ਤੂੰ ਉੱਥੇ ਚੱਲ ਜਾ ਜਾਂ ਇੱਥੇ ਚੱਲ ਜਾ, ਉਹ ਸਾਨੂੰ ਬੇਵਕੂਫ ਕਹਿ ਕੇ ਉਹ ਸਾਡੇ ਕੋਲ ਕੰਮ ਨਹੀਂ ਕਰਾਉਂਦੇ। ਉਹਨਾਂ ਨੇ ਹੋਰ ਕਿਸੇ ਕੋਲ ਜਾਣਾ, ਉਹਨਾਂ ਨੇ ਆਪਣੇ ਮਾਈਂਡ ਲੈ ਕੇ ਜਾਣਾ ਵੀ ਅਸੀਂ ਇੱਥੇ ਹੀ ਜਾਣਾ। ਉਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ, ਬੰਦੇ ਦੀ ਇੱਕ ਚੁਆਇਸ ਹੋਣੀ ਚਾਹੀਦੀ ਆ। ਬੰਦਾ ਖੁਸ਼ ਹੀ ਨਹੀਂ ਗਾ, ਮੰਨ ਲਓ ਕਿਸੇ ਦਾ ਮਨ ਕੈਨੇਡਾ ਜਾਣ ਦਾ ਹੀ ਆ, ਤੇ ਜੋ ਉਹਨੂੰ ਮੈਂ ਕਰੀ ਜਾਵਾਂ ਵੀ ਤੂੰ ਫਲਾਣੀ ਥਾਂ ਚੱਲ ਜਾ ਜਾਂ ਢਿੰਗੜੀ ਥਾਂ ਚੱਲ ਜਾ, ਉੱਥੇ ਚਲੇ ਜਾਓ, ਖੁਸ਼ ਹੀ ਨਾ ਹੋਵੇ। ਜੇ ਬੰਦਾ ਖੁਸ਼ ਆ, ਖੁਸ਼ੀ ਦੇ ਨਾਲ ਹੀ ਤਰੱਕੀ ਆਉਂਦੀ ਆ। ਤੇ ਜੇ ਉਹ ਕੈਨੇਡਾ ਜਾ ਕੇ ਖੁਸ਼ ਆ ਤਾਂ ਵਾਈ ਨਾਟ ਉਹਨੂੰ ਕੈਨੇਡਾ ਹੀ ਭੇਜਣਾ ਚਾਹੀਦਾ। ਪਰ ਹਾਂ, ਉਹਦੇ ਕੋਲ ਇੱਕ ਪਲਾਨ ਤਾਂ ਹੋਵੇ, ਉਹਦੇ ਕੋਲ ਇੱਕ ਕਲੀਅਰ ਪਿਕਚਰ ਤਾਂ ਹੋਵੇ। ਲੋਕਾਂ ਕੋਲ ਕਲੀਅਰ ਪਿਕਚਰ ਨਹੀਂ ਤੇ ਨਾ ਇੱਥੇ ਦਿਖਾਉਂਦੇ ਹੀ ਆ ਲੋਕ, ਇਹ ਮੈਂ ਚੀਜ਼ ਵੇਖੀ ਆ। ਸੋ ਤੇ ਉਹਨਾਂ ਨੂੰ ਉਹੀ ਕਿਹਾ ਵੀ ਉਹ ਜਸਟ ਉਹਨਾਂ ਵਾਸਤੇ ਇੱਕ ਨੰਬਰਸ ਨੇ, ਨੋਟ ਨੇ ਉਹਨਾਂ ਵਾਸਤੇ। ਤੇ ਦੂਸਰਾ ਗੱਲ ਇਹ ਆ ਵੀ ਆਪਾਂ ਜਿੱਦਾਂ ਇਮੀਗ੍ਰੇਸ਼ਨ ਕੰਸਲਟੈਂਸੀ ਤੇ ਨਾਲ ਇਸ ਦੇ ਆਪਾਂ 에ਅਰ ਟਿਕਟ ਦਾ ਵੀ ਕੰਮ ਕਰਨਾ। ਤੇ ਜਿੱਦਾਂ ਮੈਂ ਪਿੱਛੇ ਕਿਹਾ ਕਿ ਲੋਕਾਂ ਦੀ ਮਜਬੂਰੀ ਦਾ ਜਾਂ ਉਹਨਾਂ ਦੀ ਅਗਿਆਨਤਾ ਦਾ ਫਾਇਦਾ ਨਹੀਂ ਚੱਕਣਾ, ਇਹ ਬਿਜ਼ਨਸ ਨਹੀਂ ਗਾ। ਬਿਜ਼ਨਸ ਮਾਡਲ ਆਪਣਾ ਇਹ ਹੋਊਗਾ ਕਿ ਆਪਾਂ ਇੱਕ ਸਰਵਿਸ ਦੀ ਫੀਸ ਲੈਣੀ ਆ, ਵੀ ਆਪਣੀ ਇੱਕ ਫਿਕਸ ਪਰਸੈਂਟੇਜ ਹੋਊਗੀ ਵੀ ਆਪਾਂ ਇੰਨੇ ਕੁ ਪੈਸੇ ਦੇ ਵਿੱਚੋਂ ਕਮਾਉਣੇ ਆ, ਇੰਨੇ ਕੁ ਆਪਣੇ ਬਣਦੇ ਆ, ਜਾਇਜ਼ ਬਣਦੇ ਆ ਆਪਣੇ ਟਾਈਮ ਦੇ। ਕਿਉਂਕਿ ਮੈਂ ਇਹ ਚੀਜ਼ ਦੇਖੀ ਆ ਕਿ ਟਿਕਟਾਂ ਦੇ ਵਿੱਚ ਵੀ ਕੀ ਚੱਕਰ ਹੁੰਦਾ। ਚਲੋ ਵੀ ਕੈਨੇਡਾ ਵਗੈਰਾ ਦੀਆਂ ਟਿਕਟਾਂ ਤੇ ਉਹਦੇ ਵਿੱਚ ਤਾਂ ਇੱਕ ਬਹੁਤ ਵੱਡਾ ਮਾਫੀਆ ਕੰਮ ਕਰਦਾ ਹਨਾ, ਵੀ ਉਹ ਜਿੱਦਾਂ ਆਪਾਂ ਕਹਿ ਦਈਏ ਨਾ ਉਹ ਮਾਫੀਆ ਟਾਈਪ, ਮਿਰਜ਼ਾਪੁਰ ਟਾਈਪ, ਇਹੋ ਜਿਹਾ ਇੱਕ ਵਾਕਈ ਹੀ ਮਾਫੀਆ ਜਿਹੜੇ ਇਹਦੇ ਵਿੱਚ ਇੱਕ ਐਗਜ਼ਿਸਟ ਕਰਦਾ ਵੀ ਜਿਹੜੀਆਂ ਦੀਆਂ ਟਿਕਟਾਂ ਇੰਨੀਆਂ ਵੀ ਏਅਰਲਾਈਨਾਂ ਕੀ ਹਰ ਬਿਜ਼ਨਸ ਆ ਯਾਰ। ਬਿਜ਼ਨਸ ਹੁਣ ਮੈਂ ਵੀ ਕਹਿ ਸਕਦਾ ਯਾਰ ਵੀ ਉਹ ਕਹਿੰਦੇ ਨਾ ਜਿੱਦਾਂ ਕਹਿੰਦੇ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਆ, ਤੇ ਬਿਜ਼ਨਸ ਦੇ ਵਿੱਚ ਵੀ ਸਭ ਕੁਝ ਜਾਇਜ਼ ਆ। ਇਹ ਦੁਨੀਆ ਦੀ ਰਿਐਲਿਟੀ ਹੈਗੀ ਆ। ਅੱਜ ਜੇ ਗੂਗਲ ਕੰਮ ਕਰ ਰਿਹਾ ਵਾ ਜਾਂ ਐਮਾਜ਼ੋਨ ਕੰਮ ਕਰ ਰਿਹਾ ਵਾ, ਉਹਨਾਂ ਦਾ ਮਕਸਦ ਲੋਕਾਂ ਦੀ ਭਲਾਈ ਨਹੀਂ ਹੈਗੀ, ਉਹਨਾਂ ਦਾ ਮਕਸਦ ਹੁੰਦਾ ਵਾ ਆਪਣਾ ਮੁਨਾਫਾ ਹੈ ਨਾ। ਉਹਦੇ ਵਿੱਚ ਮਾੜੀ ਚੀਜ਼ ਕੋਈ ਨਹੀਂ ਹੈਗੀ ਹੈ ਨਾ, ਪਰ ਇੱਕ ਕਹਿੰਦੇ ਨਾ ਲਿਮਿਟ ਹੀ ਹੁੰਦੀ ਹੈ, ਲਿਮਿਟ ਜਦੋਂ ਕ੍ਰਾਸ ਹੋ ਜਾਏ ਉਹ ਚੀਜ਼ ਮਾੜੀ ਆ। ਤੇ ਸੇਮ ਕੰਮ ਮੈਨੂੰ ਲੱਗਦਾ ਵੀ ਟਿਕਟਿੰਗ ਦੇ ਵਿੱਚ ਵੀ ਇਹੋ ਹੀ ਕੰਮ ਹੁੰਦਾ ਵਾ। ਚਲੋ ਆਪਾਂ ਉਹ ਮਾਫੀਆ ਤਾਂ ਨਹੀਂ ਬਹੁਤਾ ਕੰਟਰੋਲ ਕਰ ਸਕਦੇ, ਪਰ ਇੱਥੇ ਲੋਕੀ ਇੱਥੇ ਬੈਠੇ ਇੱਦਾਂ ਦੇ ਵੀ ਆ ਜਿਹੜੇ ਲੋਕਾਂ ਦੀ ਅਗਿਆਨਤਾ ਦਾ ਵੀ ਜੇ ਕੋਈ ਪੇਰੈਂਟਸ ਟਿਕਟ ਕਰਾਉਣ ਆਇਆ ਜਾਂ ਕੋਈ ਕੁਛ ਵੀ ਤਰੀਕੇ ਨਾਲ ਕੋਈ ਕੰਮ ਕਰਨ ਆਇਆ ਜਾਂ ਜਿਹਨੂੰ ਨਹੀਂ ਪਤਾ, ਉਹਦੀ ਅਗਿਆਨਤਾ ਦਾ ਫਾਇਦਾ ਚੱਕਿਆ ਜਾਂਦਾ ਵੀ ਇਹਨੂੰ ਨਹੀਂ ਪਤਾ, ਤੇ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ। ਮੈਂ ਦੋ ਇਹੋ ਜਿਹੀਆਂ ਐਗਜ਼ਾਮਪਲ ਦਿੰਦਾ ਜਿਹੜੀਆਂ ਹੋਈਆਂ। ਮੈਂ ਅਕਸਰ ਆਪਣੀ ਟਿਕਟ ਮੈਂ ਜ਼ਿੰਦਗੀ 'ਚ ਇੱਕੋ ਵਾਰੀ ਏਜੰਸੀ ਕੋਲ ਲਈ ਸੀ, ਤੇ ਮੈਨੂੰ ਲੱਗਦਾ ਵੀ ਹੁਣ ਮੈਂ ਪਿੱਛੇ ਜੇ ਮੈਂ ਕੁਝ 2 ਸਾਲ ਪਹਿਲਾਂ ਅਕਾਊਂਟ ਕੀਤਾ ਜਦੋਂ 300 ਕੁ ਫਲਾਈਟ ਮੈਂ ਆਲਮੋਸਟ ਲੈ ਚੁੱਕਾ ਸਾਂ, ਤਾਂ ਹੁਣ ਮੈਨੂੰ ਲੱਗਦਾ ਵੀ ਮੈਂ 400 ਪਲੱਸ ਫਲਾਈਟ ਜ਼ਿੰਦਗੀ ਦੇ ਵਿੱਚ ਲੈ ਚੁੱਕਾ। ਮੈਂ ਆਪਣੀ ਟਿਕਟ ਆਪ ਹੀ ਕੱਢਦਾ, ਪਲੱਸ ਮੇਰੇ ਜਿੰਨੇ ਨੇੜੇ ਦੇ ਮਿੱਤਰ ਨੇ ਉਹਨਾਂ ਦੀਆਂ ਟਿਕਟਾਂ ਵਗੈਰਾ ਵੀ ਮੈਂ ਹੀ ਕੱਢਦਾ ਹੈ ਨਾ। ਹਾਲਾਂਕਿ ਮੇਰੇ ਕੋਲ ਵੀ ਹੁਣ ਆਪਾਂ ਵਿਦ ਲਾਇਸੈਂਸ ਕਰਾਂਗੇ ਹੈ ਨਾ, ਵੀ ਆਪਾਂ ਲਾਇਸੈਂਸ ਲੈ ਕੇ ਉਹਦੇ ਹਿਸਾਬ ਨਾਲ ਵੀ ਆਪਣੇ ਕੋਲ ਵੱਖਰਾ ਡਿਫਰੈਂਟ ਪਲੇਟਫਾਰਮ ਹੋਊਗਾ ਟਿਕਟਾਂ ਲੈਣ ਵਾਸਤੇ। ਸੋ ਮੈਂ ਕਈ ਵਾਰੀ ਜਿਹੜੇ ਕੰਮ ਤੋਂ ਦੁਖੀ ਵੀ ਹੋ ਜਾਂਦਾ ਯਾਰ, ਮੇਰਾ ਕੰਮ ਵੀ ਹੋ ਰਿਹਾ, ਮੈਨੂੰ ਹੁੰਦਾ ਉਹਦਾ ਫੋਨ ਆ ਗਿਆ ਯਾਰ ਮੇਰੀ ਟਿਕਟ ਕੱਢ ਦੇ। ਇਸੇ ਲਈ ਭਰਾਵਾ ਮੈਂ ਬਿਜ਼ਨਸ ਹੀ ਸੈਟਅਪ ਕਰਨ ਲੱਗਾ ਵੀ ਜਿਹੜੇ ਆਲਰੇਡੀ ਮੇਰੇ ਕੋਲ ਇੰਨੀਆਂ ਇਨਕੁਆਇਰੀਆਂ ਆਉਂਦੀਆਂ ਕੰਮ ਆਉਂਦੇ, ਮੈਂ ਉਹਨੂੰ ਯਾਰ ਬਿਜ਼ਨਸ ਹੀ ਬਣਾ ਲੈਣਾ। ਸੋ ਮੈਨੂੰ ਇਹ ਬਹੁਤ ਇਨਕੁਆਇਰੀਆਂ ਆਉਂਦੀਆਂ, ਤੇ ਮੈਂ ਇੱਕ ਵਾਰੀ ਆਪਣੇ ਇੱਕ ਮਿੱਤਰ ਨੂੰ ਕਹਿ ਦਿੱਤਾ, ਮੈਂ ਕਿਹਾ ਯਾਰ ਮੈਂ ਬਿਜ਼ੀ ਹਾਂ ਯਾਰ, ਤੂੰ ਪਲੀਜ਼ ਹੈ ਨਾ ਵੀ ਤੂੰ ਕਿਸੇ ਹੋਰ ਕੋਲ ਕਢਵਾ ਲਾ। ਉਹਦੀ ਐਮਰਜੈਂਸੀ ਸੀ ਇੰਡੀਆ ਜਾਣਾ,
ਨੈਕਸਟ ਡੇ। ਤੇ ਮੈਂ ਉਹਨੂੰ ਕਿਸੇ ਏਜੰਸੀ ਵਾਲੇ ਦਾ ਨੰਬਰ ਦੇ ਦਿੱਤਾ ਨੋਨ ਦਾ, ਮੈਂ ਕਿਹਾ ਇਹਨਾਂ ਨੂੰ ਫੋਨ ਕਰ ਲਾ ਤੇ ਟਿਕਟ ਲੈ ਲਾ। ਉਹਨੇ ਜਦੋਂ ਫੋਨ ਲਾਇਆ ਤਾਂ ਉਹਨਾਂ ਨੇ ਸਿੰਗਲ ਟਿਕਟ ਉਹਨੂੰ ਦੱਸੀ 1200 ਦੀ। ਕਹਿੰਦਾ ਯਾਰ ਉਹ 1200 ਦੀ ਆਖਣ ਡਿਆ। ਮੈਂ ਕਿਹਾ ਤੂੰ ਯਾਰ, ਤੇ ਉਹਨੇ ਮੈਨੂੰ ਇਹ ਵੀ ਦੱਸਤਾ ਵੀ ਆੜੀ ਟਿਕਟ ਆ, ਆੜੀ 에ਅਰਲਾਈਨ ਇੰਨੇ ਵਜੇ ਨਿਕਲਣੀ। ਮੈਂ ਕਿਹਾ ਤੂੰ ਯਾਰ ਵੇਟ ਕਰ, ਰੁਕ ਜਾ। ਮੈਂ ਕਿਹਾ ਫਿਰ ਮੈਨੂੰ ਚੈੱਕ ਹੀ ਕਰ ਲੈਂਦੇ ਨਾ ਵੀ ਮਹਿੰਗੀ ਆ। ਜਦੋਂ ਮੈਂ ਚੈੱਕ ਕੀਤੀ ਉਹਦਾ ਰੇਟ ਸੀ ਕੋਈ 700 ਯੂਰੋ ਸਮਥਿੰਗ। ਮੈਂ ਯਾਰ ਹੈਰਾਨ ਰਹਿ ਗਿਆ ਯਾਰ ਵੀ ਅਗਲਿਆਂ ਨੇ, ਉਹਨੇ ਦੱਸਤਾ ਹੋਣਾ ਵੀ ਮੈਂ ਅਰਜੈਂਟ ਕੱਲ੍ਹ ਨੂੰ ਹੀ ਜਾਣਾ ਹੈ ਨਾ। ਉਹਨਾਂ ਨੇ ਦੇਖਿਆ ਵੀ ਯਾਰ ਇਹਦੀ ਮਜਬੂਰੀ ਆ, ਇਹਨੇ ਜਾਣਾ ਹੀ ਜਾਣਾ। ਅਗਲਿਆਂ ਨੇ 500 ਯੂਰੋ ਹੈ ਨਾ, 500 ਯੂਰੋ ਮੀਨਸ 50,000 ਰੁਪਈਆ ਵਾ। ਫਿਰ 90 ਰੇਟ ਹੋ ਗਿਆ ਆਲਮੋਸਟ ਹੈ ਨਾ, 88 99 ਤੇ ਉਹਦੇ ਟਾਈਮ ਹੀ ਮੈਨੂੰ ਲੱਗਦਾ 91 ਕਿ 92 ਰੇਟ ਸੀ ਹੈ ਨਾ। ਸੋ 500 ਯੂਰੋ ਬਚਾ ਰਿਹਾ ਸੀ, ਆਲਮੋਸਟ 50,000 ਰੁਪਈਆ ਇੱਕੋ ਟਿਕਟ ਦੇ ਵਿੱਚੋਂ ਠਾਹ ਕਰਦਾ ਕੱਢਣ ਡਿਆ ਸੀ। ਸੋ ਇਹ ਹੋ ਗਈ ਕਿਸੇ ਦੀ ਮਜਬੂਰੀ ਫਾਇਦਾ ਚੱਕਣ ਦਾ। ਹੁਣ ਦੂਸਰੀ ਐਗਜ਼ਾਮਪਲ ਮੈਂ ਦਊਂਗਾ ਕਿਸੇ ਦੀ ਅਗਿਆਨਤਾ ਦਾ ਹੈ ਨਾ, ਕਿਸੇ ਕੋਲ ਜਾਣਕਾਰੀ ਨਾ ਹੋਣ ਦਾ ਵੀ ਫਾਇਦਾ ਚੱਕਿਆ ਜਾਣਾ। ਇੱਥੇ ਮੈਂ ਹੁਣ ਇੰਡੀਆ ਆਇਆ ਸੀ ਤੇ ਕਿਸੇ ਨੇ ਸਾਡੇ ਆਈਲੈਂਡ 'ਤੇ ਜਾਣਾ ਸੀ ਤੇ ਮੈਂ ਨਾ ਉਹਦੀ ਵੀ ਵੀਰ ਦੀ ਟਿਕਟ ਕੱਢਣੀ ਸੀ। ਤੇ ਮੇਰਾ ਪਤਾ ਨਹੀਂ ਉਦੋਂ ਕੀ ਚੱਕਰ ਹੋਇਆ ਵੀ ਮੇਰਾ ਕਾਰਡ ਨਹੀਂ ਚੱਲੇ ਹੈ ਨਾ। ਮੈਂ ਉਹਦੀ ਵੀਰ ਦੀ ਟਿਕਟ ਕੱਢ ਰਿਹਾ ਤਾਂ ਮੈਂ ਕਾਰਡ ਭਰਾਂ, ਐਰਰ ਆਈ ਜਾਵੇ। ਤੇ ਮੈਂ ਵੀਰ ਨੂੰ ਨਾ ਸਕਰੀਨਸ਼ਾਟ ਵੀ ਖਿੱਚ ਕੇ ਭੇਜਤਾ। ਮੈਂ ਕਿਹਾ ਵੀ ਤੈਨੂੰ ਇਹ ਨਾ ਲੱਗੇ ਹੈ ਨਾ ਵੀ ਸ਼ਾਇਦ ਇਹ ਆਪਣਾ ਕਾਰਡ ਨਹੀਂ ਮਾਰਨਾ ਚਾਹੁੰਦਾ ਜਾਂ ਸਮਥਿੰਗ। ਮੈਂ ਕਿਹਾ ਯਾਰ ਐਰਰ ਆਈ ਜਾ ਰਿਹਾ ਵੀ ਇਹ ਚੱਕਰ ਆ ਵੀ ਤੈਨੂੰ ਹੁਣ ਮੈਂ ਕਿਹਾ ਕਾਹਲੀ ਆ ਤੇ ਤੂੰ ਇਦਾਂ ਕਰ ਵੀ ਤੂੰ ਟਿਕਟ ਕਿਸੇ ਇੱਥੋਂ ਏਜੰਸੀ ਵਾਲੇ ਕੋਲ ਕਢਵਾ ਲਾ ਔੜੀ। ਤੇ ਕਹਿੰਦਾ ਠੀਕ ਆ। ਸੋ ਹਿਸਾਬ ਲਾ ਲਓ ਵੀ ਜਿਨ੍ਹਾਂ ਕੋਲ ਟਿਕਟ ਵੇਚਣ ਦਾ ਲਾਇਸੈਂਸ ਹੁੰਦਾ ਉਹਨਾਂ ਨੂੰ ਜਿਹੜੇ ਫੇਅਰ ਪ੍ਰਾਈਸਿਸ ਆ ਹੋਰ ਬੈਟਰ ਮਿਲ ਜਾਂਦੇ ਇੱਕ ਆਮ ਨਾਗਰਿਕ ਨਾਲੋਂ। ਤੇ ਉਹਨੇ ਟਿਕਟ ਕਰਵਾ ਲਈ। ਮੈਂ ਕਿਹਾ ਕਰਵਾ ਲਈ? ਕਹਿੰਦਾ ਹਾਂ ਕਰਵਾ ਲਈ। ਮੈਂ ਸਹਿਜ ਸੁਭਾਅ ਪੁੱਛ ਲਿਆ ਮੈਂ ਕਿੰਨੇ ਦੀ ਹੋਊਗੀ? ਕਹਿੰਦਾ 28,000 ਦੀ ਟਿਕਟ। ਮੈਂ ਕਿਹਾ 28,000 ਸੀ? ਕਹਿੰਦਾ ਹਾਂ। ਮੈਂ ਉਹਨੂੰ ਉਸੇ ਵੇਲੇ ਸਕਰੀਨਸ਼ਾਟ ਖਿੱਚ ਕੇ ਭੇਜਿਆ। ਮੈਂ ਕਿਹਾ ਯਾਰ 16,000 ਦੀ ਟਿਕਟ ਸੀ ਹੈ ਨਾ, ਵੀ ਚੱਲ ਵੀ 16,000 ਦੀ ਸੀ, ਅਗਲਾ 2,000 ਕਮਾ ਲਏ ਯਾਰ, 3,000 ਕਮਾ ਲਏ ਉਹਦੇ ਵਿੱਚੋਂ ਯਾਰ। ਸਿੱਧਾ ਆਲਮੋਸਟ 40 ਵੀ ਡਬਲ ਹੀ ਕਰ ਦੇਣ ਲੱਗਾ ਹੈ ਨਾ ਵੀ ਉਹ ਬੰਦਾ ਉਹਦਾ ਪ੍ਰਾਈਸ। ਸੋ ਉਦੋਂ ਵੀ ਮੈਂ ਵੇਖਿਆ, ਮੈਂ ਕਿਹਾ ਯਾਰ ਕਮਾਲ ਦੀ ਗੱਲ ਆ ਹੈ ਨਾ ਵੀ ਇਹ ਸਾਰਾ ਗੇਮਾਂ ਹੋ ਰਹੀਆਂ। ਤਾਂ ਮੈਨੂੰ ਲੱਗਾ ਵੀ ਚੱਲ ਯਾਰ ਵੀ ਚੰਗੀ ਨੀਅਤ ਦੇ ਨਾਲ ਜਿਹੜੇ ਕੰਮ ਦੇ ਵਿੱਚ ਆਉਣੇ ਆ, ਇਹ ਸੋਚ ਕੇ ਆਪਣਾ ਇੱਕ ਰੂਲ ਬਣਾ ਕੇ ਕਿ ਆਪਾਂ ਇੱਕ ਸੈੱਟ ਅਮਾਊਂਟ ਆਫ ਪਰਸੈਂਟੇਜ ਇੱਕ ਆਪਾਂ ਐਜ਼ ਏ ਸਰਵਿਸ ਚਾਰਜ ਕਰਾਂਗੇ। ਵੀ ਆਪਾਂ ਬਸ ਉਹੀ ਕਿਹਾ ਵੀ ਆਪਣੀ ਜਿਹੜੀ ਬੇਸ ਲਾਈਨ ਹੋਊਗੀ ਨਾ ਆਪਣੇ ਕੰਮ ਦੀ, ਉਹ ਇਹੀ ਹੋਊਗੀ ਕਿ ਕਿਸੇ ਦਾ ਫਾਇਦਾ ਨਹੀਂ ਚੱਕਣਾ, ਆਪਾਂ ਆਪਣੀ ਦਿੱਤੀ ਸਰਵਿਸ ਦੀ ਫੀਸ ਲੈਣੀ ਹੈ, ਇਹ ਆਪਣਾ ਹੋਊਗਾ ਉਹਦੇ ਵਿੱਚ। ਸੋ ਇਹੀ ਹੋ ਗਿਆ। ਆਪਾਂ ਆਈਲੈਟਸ ਵਗੈਰਾ ਕਰਵਾਉਣੀ ਆ ਸਟੂਡੈਂਟਸ ਨੂੰ, ਉਹਦੇ ਵਿੱਚ ਆਪਾਂ ਵੀ ਆਲਮੋਸਟ ਆਪਣੀ ਟੀਮ ਸੈਟਅਪ ਹੋ ਚੁੱਕੀ ਆ ਤੇ ਉਹਦੇ ਵਿੱਚ ਵੀ ਆਪਾਂ ਬੈਸਟ ਹੀ ਲੋਕ ਰੱਖਾਂਗੇ ਉਹਦੇ ਵਿੱਚ। ਤੇ ਇੱਕ ਉਹਦੇ ਵਿੱਚ ਮੇਰੇ ਨਾਲ ਮੇਰਾ ਯਾਰ ਦੋਸਤ ਆਸਟ੍ਰੇਲੀਆ ਤੋਂ, ਜਿਹਦੇ ਕੋਲ ਇਹਦਾ ਖਾਸਾ ਐਕਸਪੀਰੀਅੰਸ ਆ। ਉਹ ਆਸਟ੍ਰੇਲੀਆ ਦੇ ਵਿੱਚ ਨਾਟੀ ਸੈਂਟਰ ਵੀ ਚਲਾਉਂਦਾ ਰਿਹਾ ਆਪਣਾ, ਜਿਹਦਾ ਬਹੁਤ ਵਧੀਆ ਰੈਪੂਟੇਸ਼ਨ ਉਹਦੀ ਰਹੀ ਹੈ ਯੂਨੀਵਰਸਲ ਤੋਂ। ਉਸੇ ਨਾਂ 'ਤੇ ਹੀ ਇੱਥੇ ਸਟਾਰਟ ਕਰ ਰਹੇ ਹਾਂ, ਯੂਨੀਵਰਸਲ ਨਾਂ ਹੀ ਆ ਸਾਡੇ ਇੰਸਟੀਚਿਊਟ ਦਾ। ਤੇ ਉਹ ਵਿੱਚ ਗਾਈਡ ਕਰੂਗਾ, ਉਹ ਕਲਾਸਿਸ ਲਿਆ ਕਰੂਗਾ। ਤੇ ਬਾਕੀ ਆਪਾਂ ਆਪਣਾ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ। ਸੋ ਇਹਦੇ ਵਿੱਚ ਆਪਾਂ ਆਈਲੈਟਸ ਵਗੈਰਾ ਕਰਵਾਵਾਂਗੇ, ਆਪਾਂ ਫਾਈਲਿੰਗ ਵਗੈਰਾ ਕਰਾਂਗੇ, ਆਪਾਂ ਇਮੀਗ੍ਰੇਸ਼ਨ ਦੀ ਕੰਸਲਟੈਂਸੀ ਲੋਕਾਂ ਨੂੰ ਆਪਾਂ ਗਾਈਡ ਕਰਾਂਗੇ ਵੀ ਕਿੱਥੇ ਜਾਇਆ ਜਾ ਸਕਦਾ, ਕਿੱਦਾਂ ਜਾਇਆ ਜਾ ਸਕਦਾ, ਉੱਥੋਂ ਦੀ ਰਿਐਲਿਟੀ ਕੀ ਆ। ਲੋਕੀ ਇੱਥੇ ਉਹਨਾਂ ਕੰਟਰੀਆਂ ਦੇ ਵੀ ਟਰੱਕ ਦੇ ਪਰਮਿਟ ਵਿੱਚ ਹੀ ਜਾਂਦੇ ਆ ਜਿੱਥੇ ਸਾਡਾ ਲਾਇਸੈਂਸ ਨੂੰ ਕੋਈ ਪੁੱਛਦਾ ਹੀ ਨਹੀਂ ਗਾ, ਜਿੱਥੇ ਲਾਇਸੈਂਸ ਕਰਨਾ ਹੀ ਵੀ ਇੱਕ ਬਹੁਤ ਵੱਡੀ ਚੀਜ਼ ਆ। ਸਾਡੇ ਇੰਡੀਆ ਤੋਂ ਕਹੀ ਜਾਂਦੇ ਤੁਹਾਨੂੰ ਉੱਥੇ ਆਪਾਂ ਡਿਲੀਵਰੀ ਬੁਆਏ ਭੇਜ ਦੇਣਾ ਵਾ, ਆਪਾਂ ਉੱਥੇ ਤੁਹਾਨੂੰ ਇੱਦਾਂ ਭੇਜ ਦੇਣਾ, ਉੱਦਾਂ ਭੇਜ ਦੇਣਾ। ਸੋ ਝੂਠ ਬਹੁਤ ਜ਼ਿਆਦਾ ਵਾ। ਤੇ ਜਿੱਦਾਂ ਇੱਕ ਬਹੁਤ ਇੰਪੋਰਟੈਂਟ ਚੀਜ਼ ਆ, ਮੈਂ ਆਪਣੀ ਕਿਸੇ ਵੀਡੀਓ ਦੇ ਵਿੱਚ ਸ਼ਾਇਦ ਇਹਦੀ ਵੀ ਗੱਲ ਕਰ ਚੁੱਕਾ ਕਿ ਕੰਟਰੀਆਂ ਵਾਰ-ਵਾਰ ਨਹੀਂ ਚੇਂਜ ਹੁੰਦੀਆਂ। ਬੰਦੇ ਕੋਲ ਨਾ ਬਹੁਤ ਤੁਸੀਂ ਘੱਟ ਲੋਕੀ ਦੇਖੋਗੇ, ਕੋਈ ਕਈ ਲੋਕੀ ਇਹ ਸੁਪਨਾ ਲੈ ਕੇ ਜਾਂਦੇ ਆ ਵੀ ਮੈਂ ਫੋਰ ਐਗਜ਼ਾਮਪਲ ਮੈਂ ਆਪਣੀ ਐਗਜ਼ਾਮਪਲ ਦਿੰਦਾ ਕਿ ਮੈਂ ਘਰੋਂ ਤੁਰਿਆ ਸੀ ਕੈਨੇਡਾ ਵਾਸਤੇ। ਬਹੁਤ ਲੋਕੀ ਅੱਜ ਵੀ ਜੇ ਕੋਈ ਯੂਰਪ ਜਾ ਰਿਹਾ, ਸੁਪਨਾ ਸਭ ਦਾ ਕੈਨੇਡਾ ਅਮਰੀਕਾ ਹੀ ਹੈ। ਪਰ 100 ਚੋਂ 1% ਵੀ ਨਹੀਂ ਹੁੰਦੇ ਬਾਅਦ ਜਿਹੜੇ ਆਪਣੀ ਕੰਟਰੀ ਚੇਂਜ ਕਰਦੇ ਆ ਜਾਂ ਕਰ ਪਾਉਂਦੇ ਆ। ਉਹਦੇ ਚੱਕਰ ਇਹ ਹੁੰਦਾ ਕਿ ਬੰਦਾ ਜਿੱਥੇ ਜਾਂਦਾ ਨਾ ਬਾਅਦ 'ਚ ਉਹਦਾ ਉੱਥੇ ਸੈਟਿੰਗ ਹੋ ਜਾਂਦੀ ਆ, ਜਾਂ ਉਹਨੂੰ ਦੁਬਾਰਾ ਪੈਰ ਪੁੱਟਣ ਉਹਨੂੰ ਬਹੁਤ ਵੱਡਾ ਖਲਾਰਾ ਲੱਗਦਾ ਵਾ। ਸੋ ਜੇ ਆਪਾਂ ਇੱਕ ਚੰਗੀ ਕੰਟਰੀ ਚਲੇ ਗਏ ਆ, ਚਲੋ ਉੱਥੇ ਜੇ ਆਪਣੀ ਸੈਟਿੰਗ ਹੋ ਗਈ ਆ, ਜਿੱਦਾਂ ਮੇਰੇ ਕੇਸ ਦੇ ਵਿੱਚ ਲਾ ਲਓ ਵੀ ਮੈਂ ਖੁਸ਼ ਹਾਂ ਹੈ ਨਾ ਵੀ ਮੈਂ ਜਿੱਥੇ 'ਚ ਪਹੁੰਚ ਗਿਆ ਸਾਂ, ਮੈਂ ਉੱਥੇ ਮੈਂ ਵਧੀਆ ਰਹਿ ਗਿਆ ਹੈ ਨਾ ਵੀ ਚਲੋ ਇਹ ਚਾਹੇ ਸਬੱਬੀ ਕੰਮ ਹੋਇਆ, ਪਰ ਇਹ ਸ਼ਾਇਦ ਮੈਂ ਕੈਨੇਡਾ ਚੱਲ ਜਾਂਦਾ, ਸ਼ਾਇਦ ਮੈਂ ਇਹ ਤੋਂ ਵੀ ਵਧੀਆ ਰਹਿੰਦਾ। ਆਈ ਡੋਂਟ ਨੋ। ਉਹ ਫਿਊਚਰ ਸੀ ਨਾ ਵੀ ਉਹ ਆਪਾਂ ਮਿਣ ਨਹੀਂ ਸਕਦੇ ਨਾ ਵੀ ਕੀ ਹੋਣਾ ਸੀ। ਤੇ ਪਰ ਜੇ ਤੁਸੀਂ
ਇੱਕ ਵਾਰੀ ਇੱਥੋਂ ਬਾਹਰ ਨਿਕਲਦੀ ਕਾਹਲੀ ਦੇ ਵਿੱਚ ਜਾਂ ਕਿਸੇ ਦੀ ਗਲਤ ਸਲਾਹ ਦੇ ਨਾਲ ਤੁਸੀਂ ਗਲਤ ਕੰਟਰੀ ਦੇ ਵਿੱਚ ਚਲੇ ਗਏ ਨਾ, ਤੁਸੀਂ ਉੱਥੇ ਹੀ ਰੁਲ ਜਾਣਾ। ਤੁਹਾਡਾ ਤੁਸੀਂ ਰਾਈਟ ਏਜ ਤੇ ਤੁਸੀਂ ਵਾਪਸ ਨਹੀਂ ਆ ਸਕੇ, ਤੁਹਾਡੀ ਰਾਈਟ ਏਜ ਤੇ ਤੁਹਾਡੀ ਮੈਰਿਜ ਨਹੀਂ ਹੋਈ, ਸਾਰੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ, ਹਨਾ। ਤੇ ਬਹੁਤ ਲੋਕੀ ਇਦਾਂ ਦੇ ਆ ਵੀ ਜਿਹੜੇ ਵੀ ਯਾਰ ਹੁਣ ਮੈਂ ਚਲੋ ਉਹ ਜ਼ਿਆਦਾ ਇਮੋਸ਼ਨਲ ਇਹਦੇ ਵਿੱਚ ਉਹ ਚੀਜ਼ਾਂ ਨਹੀਂ ਲਿਆਉਣਾ ਚਾਹੁੰਦਾ ਵੀ ਇਮੋਸ਼ਨਲ ਜਿਹੀਆਂ ਹੋ ਜਾਣ, ਪਰ ਮੇਨ ਚੀਜ਼ ਇਹੋ ਹੀ ਜੇ ਕਿ ਬਾਹਰ ਪਹੁੰਚਣਾ ਸਾਰਾ ਕੁਝ ਨਹੀਂ ਹੈਗਾ। ਡਿਸਾਈਡ ਕਰਨਾ, ਉਹਦੀ ਪਿਕਚਰ ਕਲੀਅਰ ਹੋਣੀ ਤੁਹਾਡੇ ਕੋਲ, ਉਹਦਾ ਪਲਾਨ ਹੋਣਾ, ਤੇ ਅੱਗੇ ਜਾ ਕੇ ਅਸੀਂ ਕਿੱਦਾਂ ਵਿਚਰਨਾ ਵਾ, ਉਹ ਸਭ ਤੋਂ ਇੰਪੋਰਟੈਂਟ ਪਾਰਟ ਜੇ। ਇਹ ਸ਼ਾਇਦ ਅੱਜ ਜਿਹੜੇ ਇੱਥੇ ਰਹਿੰਦੇ ਆ ਉਹ ਨਹੀਂ ਇਹ ਚੀਜ਼ ਨੂੰ ਮੰਨਦੇ, ਉਹਨਾਂ ਨੂੰ ਲੱਗਦਾ ਵੀ ਅਸੀਂ ਬਕਵਾਸ ਮਾਰਦੇ ਹਾਂ, ਹੈ ਨਾ, ਸਾਡੇ ਜਿਹੜੇ ਬਾਹਰ ਚਲੇ ਗਏ ਪੱਕੇ ਇਹਨਾਂ ਦਾ ਦਿਮਾਗ ਹਿੱਲ ਗਿਆ ਵਾ। ਪਰ ਕੋਈ ਨਾ, ਵੀ ਇਹ ਸੇਮ ਹੀ ਕੰਮ ਆ ਜਿੱਦਾਂ ਸਿਆਣੇ ਆਉਂਦੇ ਰਹਿੰਦੇ ਨਾ ਆਪਣੇ ਨਿਆਣਿਆਂ ਨੂੰ, ਪੜ੍ਹ ਲਓ ਪੁੱਤ ਪੜ੍ਹ ਲਓ, ਇਹ ਕੰਮ ਆਉਣਾ, ਤੇ ਉਦੋਂ ਕਹਿਣਗੇ ਐਵੇਂ ਹੀ ਲੱਗੇ ਆ, ਹੈ ਨਾ। ਤੇ ਉਹ ਜਦੋਂ ਫਿਰ ਏਜ ਹੋ ਜਾਂਦੀ ਫਿਰ ਸੋਚਦੇ ਹਾਂ ਯਾਰ, ਫਿਰ ਉਹ ਆਪਣੇ ਨਿਆਣੇ ਨੂੰ ਕਹਿਣ ਲੱਗ ਪੈਂਦੇ ਪੜ੍ਹ ਲਓ, ਹੈ ਨਾ। ਸੋ ਇਹ ਇਦਾਂ ਦਾ ਚੀਜ਼ ਹੀ ਆ ਵੀ ਆਪਾਂ ਤਾਂ ਆਪਣਾ ਐਕਸਪੀਰੀਅੰਸ ਇਹਦੇ ਵਿੱਚ ਪੂਰਾ ਪਾਵਾਂਗੇ ਤਾਂ ਹੀ ਉਹ ਤੁਹਾਨੂੰ ਰਾਈਟ ਡਿਸੀਜਨ ਲੈਣ ਦੇ ਵਿੱਚ ਤੁਹਾਡੀ ਹੈਲਪ ਕਰ ਸਕੀਏ। ਤੇ ਬਾਕੀ ਜੋ ਵੀ ਆਪਣੀ ਸਰਵਿਸ ਆ, ਇਹੋ ਹੀ ਗੱਲ ਕਹੀ ਆ ਕਿ ਉਹ ਜਸਟ ਇੱਕ ਅਮਾਊਂਟ ਆ, ਹੈ ਨਾ, ਕਮਿਸ਼ਨ ਆਪਣਾ ਕਹਿ ਲਓ ਵੀ ਉਹ ਫੀਸ ਆ ਇੱਕ, ਹੈ ਨਾ, ਵੀ ਤੁਹਾਡਾ ਵੀ ਲੁੱਟ ਨਹੀਂ। ਸੋ ਓਵਰਆਲ ਇਹ ਕਹਿ ਲਓ। ਤੇ ਬਾਕੀ ਨਾਂ ਆਪਾਂ ਇਹਦਾ ਰੱਖਿਆ ਵਾ ਯੂਨੀਵਰਸਲ ਅਕੈਡਮੀ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ, ਤੇ ਇਹਦਾ ਮੈਂ ਪੇਜ ਮੈਂਸ਼ਨ ਕਰ ਦੂੰਗਾ ਇੰਸਟਾਗ੍ਰਾਮ ਦਾ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ। ਤੇ ਇਹ ਅਸੀਂ ਸਟਾਰਟ ਕਰਨੀ ਆ 7 ਜਨਵਰੀ ਤੋਂ ਆਪਾਂ ਓਪਨ ਅਫੀਸ਼ੀਅਲੀ ਹੋ ਜਾਵਾਂਗੇ। ਉਨੀ ਦੇਰ ਮੈਂ ਕਈ ਵਾਰੀ ਇੱਥੇ ਬੈਠਿਆ ਕਰੂੰਗਾ ਇੱਥੇ ਹੀ, ਤੇ ਉਸ ਤੋਂ ਬਾਅਦ ਵੀ ਅਫਕੋਰਸ ਮੈਂ ਇੱਥੇ ਹੋਇਆ ਕਰਾਂਗਾ। ਤੇ ਵੀ ਵਿੱਚੋਂ ਤੁਸੀਂ ਜੇ ਇਹਦੇ ਇੰਸਟਾਗ੍ਰਾਮ ਪੇਜ ਦੇ ਨਾਲ ਜੁੜ ਜਾਓਗੇ, ਉਹਦੇ 'ਤੇ ਮੈਂ ਕਦੀ ਕਦਾਈ ਸਟੋਰੀ ਪਾ ਕੇ ਜਾਂ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਮੈਂ ਦੱਸ ਦਿਆ ਕਰਾਂਗਾ ਮੈਂ ਕਿਹੜੇ ਦਿਨਾਂ 'ਚ ਇੱਥੇ ਹੋਵਾਂਗਾ। ਤੇ ਇੱਥੇ ਆ ਕੇ ਜੋ ਕੋਈ ਮਿਲਣਾ ਚਾਹੁੰਦਾ ਵਾ, ਕੋਈ ਸਲਾਹ ਲੈਣੀ ਚਾਹੁੰਦਾ ਵਾ, ਤੇ ਮੈਂ ਇੱਥੇ ਹੀ ਹੋਊਂਗਾ। ਸੋ ਮਿਲ ਵੀ ਸਕਦੇ ਹਾਂ, ਸਲਾਹ ਵੀ ਲੈ ਸਕਦੇ ਹਾਂ। ਸੋ ਕੋਈ ਆਪਾਂ ਲਿਖ ਕੇ ਨਹੀਂ ਬੈਠੇ ਸਕ੍ਰਿਪਟ ਜੀ, ਸ਼ਾਇਦ ਕੋਈ ਚੀਜ਼ ਮਿਸ ਹੋ ਗਈ ਹੋਵੇ। ਤੇ ਮੈਨੂੰ ਆਈ ਹੋਪ ਆ ਕਿ ਮੇਰੀ ਇਹ ਨਵੀਂ ਜਰਨੀ, ਹੈ ਨਾ, ਵੀ ਰੱਬ ਕਰੇ ਸਕਸੈਸਫੁਲ ਹੋਵੇ, ਤੇ ਨੀਅਤ ਚੰਗੀ ਦੇ ਨਾਲ ਹੀ ਉਤਰੇ ਆ। ਵੀ ਮੈਨੂੰ ਬਹੁਤ ਲੋਕਾਂ ਨੇ, ਜਿੱਦਾਂ ਮੈਂ ਕਿਹਾ ਪਿੱਛੇ, ਕਿ ਲੋਕੀ ਕਹਿੰਦੇ ਯਾਰ ਅਸੀਂ ਕਈ ਵਾਰੀ ਚੰਗੀ ਸਲਾਹ ਦੇਣ ਦੀ ਕੋਸ਼ਿਸ਼ ਕਰੀਦੀ ਹੈ, ਪਰ ਲੋਕੀ ਨਹੀਂ ਮੰਨਦੇ। ਲੋਕਾਂ ਨੂੰ ਵੀ ਉਹ ਜੋ ਝੂਠ ਦਾ ਪ੍ਰਚਾਰਾ ਜ਼ਿਆਦਾ ਹੋ ਚੁੱਕਾ, ਤੇ ਝੂਠ ਹੀ ਸੱਚ ਜਾਪਦਾ ਹੁਣ ਲੋਕਾਂ ਨੂੰ। ਪਰ ਕੋਈ ਨਾ, ਆਪਾਂ ਵੀ ਆਪਣਾ ਸੰਘ ਪਾੜਨ ਦੀ ਕੋਸ਼ਿਸ਼ ਕਰਾਂਗੇ, ਦੇਖਾਂਗੇ ਵੀ ਲੋਕੀ ਕਿੰਨਾ ਕੁ ਯਕੀਨ ਕਰਦੇ ਆ। ਤੇ ਸ਼ਾਇਦ ਮੇਰੇ ਕੋਲ ਇਹਦੇ ਟੋਟਲ ਦੇ ਵਿੱਚ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਉਹਦੇ ਲਈ ਮਾਫੀ। ਤੇ ਪਲੀਜ਼ ਇੰਸਟਾਗ੍ਰਾਮ ਦਾ ਮੈਂ ਆਪਣਾ ਪਰਸਨਲ ਵੀ ਤੇ ਆਪਣੇ ਜਿਹੜੇ ਇੰਸਟੀਚਿਊਟ ਦਾ ਇੰਸਟਾਗ੍ਰਾਮ ਲਿੰਕ ਵੀ ਮੈਂ ਥੱਲੇ ਮੈਂਸ਼ਨ ਕਰ ਦੂੰਗਾ। ਨੈਕਸਟ ਆਪਾਂ ਵੈਬਸਾਈਟ ਵਗੈਰਾ ਸਾਰਾ ਕੁਝ ਇੱਕ ਨੈਟਵਰਕ ਤਿਆਰ ਕਰ ਰਹੇ ਹਾਂ ਪੂਰਾ, ਤੇ ਉਹ ਵੀ ਆਪਣਾ ਲਾਂਚ ਹੋ ਜਾਊਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਭੁੱਲ ਚੁੱਕ ਮਾਫ, ਜਿਉਂਦੇ ਵਸਦੇ ਰਹੋ, ਖੁਸ਼ ਰਹੋ।